ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਵਾਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਧਿਆਨ ਸੋਪਾਨ ਸਮ। ਹਿਰਦਾ ਕਮਲ ਬਿਕਸਾਏ। ਕਵਿਤਾ ਰਚਾਂ ਜਥਾਮਤੀ। ਕਹਾਂ ਕਥਾ ਸੁਖਦਾਏ। ਸ੍ਰੀ ਗੁਰ ਧਿਆਨ ਸੋਪਾਨ ਸਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ ਜਾਗਦੀ ਜੋਤ ਚਾਵਰ ਛਤਰ ਸਿੰਘਾਸਣ ਤਖਤ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ, ਕਰਮਾਂ ਵਾਲੇ ਹੋ ਜੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਪਾਵਨ ਪਵਿੱਤਰ ਗੁਰੂ ਸਾਹਿਬ ਜੀ ਦੇ ਮਹਾਨ ਤੋਂ ਮਹਾਨ ਦਰਸ਼ਨ ਕਰਕੇ ਸਤਸੰਗਤ ਕਰਕੇ ਸਤਸੰਗ ਦੀਆਂ ਘੜੀਆਂ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਗੁਰੂ ਜੀ ਦੇ ਚਰਨ ਪਰਸ ਰਹੇ ਹੋ। ਸੱਚੇ ਪਾਤਸ਼ਾਹ ਜੀ ਨੇ ਬੇਅੰਤ ਕਿਰਪਾ ਕੀਤੀ ਹੈ। ਆਪਣੇ ਮਹਾਨ ਦਰਸ਼ਨ ਦੇ ਕੇ ਨਿਹਾਲ ਕਰਤਾਰਥ ਕਰ ਰਹੇ ਹਨ। ਹੁਣ ਜੋ ਨਿਤਨੇਮ ਨਾਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ, ਉਸ ਕਥਾ ਦਾ ਸਮਾਂ ਹੋਇਆ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸ਼ਿਵਨਾਬ ਰਾਜੇ ਦੇ ਸੁੱਕੇ ਬਾਗ ਵਿੱਚ ਚਰਨ ਪਾ ਕੇ ਹਰਿਆ ਕੀਤਾ। ਉੱਥੇ ਰਾਜੇ ਨੇ ਤਰ੍ਹਾਂ ਤਰ੍ਹਾਂ ਨਾਲ ਸਤਿਗੁਰੂ ਜੀ ਨੂੰ ਪਰਖਣਾ ਚਾਹਿਆ। ਸੁੰਦਰ ਇਸਤਰੀਆਂ ਭੇਜੀਆਂ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਮਹਾਨ ਉਪਦੇਸ਼ ਦੇ ਕੇ ਗਾਛੋ ਪੁੱਤਰੀ ਰਾਜਕੁਮਾਰ
ਤੇ ਉਹਨਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕਰਤਾਰਥ ਅਧਿਕਾਰੀ ਬਣਾਇਆ ਮੁਕਤੀ ਦੀਆਂ। ਰਾਜੇ ਪਾਸ ਵਾਪਸ ਆਈਆਂ। ਸ਼ਿਵਨਾਭ ਰਾਜਾ ਕਹਿਣ ਲੱਗਾ ਕਿ ਕਿਵੇਂ ਹਨ ਉਹ ਸੰਤ, ਕਿ ਉਹਨਾਂ ਨੂੰ ਕਾਮ ਦੇ ਨਾਲ ਵਿਆਕਲ ਕੀਤਾ ਕਿ ਨਹੀਂ ਕੀਤਾ ਹੈ। ਉਹ ਕਹਿਣ ਲੱਗੀਆਂ ਵੀ ਰਾਜਾ ਉਹ ਤੇ ਮਹਾਨ ਸੰਤ ਹੈ, ਉਹਨਾਂ ਦਾ ਦਰਸ਼ਨ ਕਰਕੇ ਤੇ ਨਿਹਾਲ ਕਰਤਾਰਥ ਅਸੀਂ ਹੋ ਗਈਆਂ। ਸਾਡੇ ਅੰਦਰ ਜਿਹੜੇ ਵਿਸ਼ਿਆਂ ਦੀ ਚਾਹਨਾ ਸੀ ਉਹਦੀ ਮਿਟ ਗਈ ਹੈ ਬਿਲਕੁਲ ਹੀ। ਹੁਣ ਤੇ ਵਿਸ਼ੇ ਸਾਨੂੰ ਜਿਵੇਂ ਕੋਈ ਵਿਸ਼ਟਾ ਗੰਦਗੀ ਹੋਵੇ ਉਹਦੇ ਸਮਾਨ ਪ੍ਰਤੀਤ ਹੋ ਰਹੇ ਹੈ। ਉਹਨਾਂ ਦਾ ਦਰਸ਼ਨ ਮਹਾਨ ਹੈ, ਅਸੀਂ ਸਫਲ ਹੋਈਆਂ। ਰਾਜੇ ਨੂੰ ਬਹੁਤ ਖੁਸ਼ੀ ਹੋਈ। ਫਿਰ ਰਾਜਾ ਆਪ ਸਤਿਗੁਰੂ ਜੀ ਦੇ ਦਰਸ਼ਨ ਕਰਨ ਬਾਗ ਵਿੱਚ ਗਿਆ। ਸਤਿਗੁਰੂ ਜੀ ਨੇ ਆਪਣਾ ਮੁਖ ਜਿਹਾ ਫੇਰ ਲਿਆ ਹੈ ਇਹਦੀ ਪਰਖ ਵਾਸਤੇ, ਕਿਉਂਕਿ ਗੁਰੂ ਨੂੰ ਤੇ ਕੋਈ ਰੋਸ ਮੁਜ਼ਾਹਰਾ ਨਹੀਂ ਗਾ, ਤੇ ਸੱਚੇ ਪਾਤਸ਼ਾਹ ਜੀ ਨੂੰ ਪਤਾ ਵੀ ਹੈ ਵੀ ਰਾਜਾ ਸਾਨੂੰ ਪਰਖ ਰਿਹਾ ਹੈ, ਕਿਉਂਕਿ ਇਹਨੇ ਪਹਿਲਾਂ ਵੇਖਿਆ ਨਹੀਂ ਹੈ, ਉਹਦਾ ਬਣਦਾ ਵੀ ਹੈ। ਇਹਦੀ ਪਰਖ ਵਾਸਤੇ ਆਪਣਾ ਮੁਖ ਰਾਜੇ ਦੀ ਤਰਫੋਂ ਘੁਮਾ ਲਿਆ, ਪਿੱਠ ਜੀ ਕੀਤੀ ਹੈ, ਪਰ ਇਹਦਾ ਬੜਾ ਪੱਕਾ ਦ੍ਰਿੜ ਨਿਸ਼ਚਾ ਹੈ, ਜਿਹਦੇ ਕਰਕੇ ਹੋਰ ਸ਼ਰਧਾ ਵਧੀ ਮਨ ਵਿੱਚ ਵੀ ਇਹਦੇ ਵਾਕਿਆ ਹੀ ਮਹਾਨ ਸੰਤ ਹੈ। ਰਾਜਿਆਂ ਨੂੰ ਵੇਖ ਕੇ ਤੇ ਲੋਕ ਜਿਹੜੇ ਸੰਤ ਪਖੰਡੀ ਹੁੰਦੇ ਉਹਦੇ ਖੁਸ਼ ਹੋ ਜਾਂਦੇ ਵੀ ਕੋਈ ਰਾਜਾ ਸਾਡੀ ਸ਼ਰਨ ਆਇਆ ਹੈ। ਇਹਨਾਂ ਨੂੰ ਤੇ ਮੇਰੇ ਆਏ ਦੀ ਕੋਈ ਪਰਵਾਹ ਨਹੀਂ ਹੈ, ਬਿਲਕੁਲ ਹੀ ਇਹ ਤਿਆਗੀ ਵਿਰਾਗੀ ਸੰਤ ਹੈ। ਫਿਰ 7.5 ਘੰਟੇ ਰਾਜਾ ਹੱਥ ਜੋੜ ਕੇ ਖੜਾ ਰਿਹਾ। ਗੁਰੂ ਨਾਨਕ ਸਾਹਿਬ ਜੀ ਨੇ ਫਿਰ ਇਹਨੂੰ ਕਿਹਾ ਵੀ ਕੀ ਇੱਛਾ ਤੇਰੀ ਸ਼ਿਵਨਾਭ ਰਾਜੇ, ਤੂੰ ਮਹਾਨ ਹੈ, ਤੇਰੀ ਉੱਚੀ ਸੁੱਚੀ ਮੱਤ ਹੈ। ਰਾਜੇ ਨੇ ਗੁਰੂ ਜੀ ਨੂੰ ਕਿਹਾ ਵੀ ਪਹਿਲਾਂ ਤੁਸੀਂ ਆਪਣਾ ਸਭ ਕੁਝ ਦੱਸੋ, ਫਿਰ ਮੈਂ ਆਪਣੀ ਇੱਛਾ ਦੱਸਾਂਗਾ। ਉਹ ਸਵਾਲ ਕੀਤੇ, ਮਹਾਰਾਜ ਤੁਸੀਂ ਜੋਗੀ ਹੋ, ਕੀ ਤੁਸੀਂ ਬ੍ਰਾਹਮਣ ਹੋ, ਕੀ ਤੁਸੀਂ ਖੱਤਰੀ ਹੋ। ਗੁਰੂ ਸਾਹਿਬ ਜੀ ਨੇ ਸ਼ਬਦਾਂ ਦੇ ਰਾਹੀਂ ਗਿਆਨ ਕਰਾਇਆ। ਅਖੀਰੀ ਜਦੋਂ ਕਿਹਾ ਨਾਨਕ ਭਇਆ ਉਦਾਸੀ, ਇਹਨੂੰ ਸਮਝ ਆ ਗਈ ਵੀ ਇਹ ਗੁਰੂ ਨਾਨਕ ਦੇਵ ਸਾਹਿਬ ਹੀ ਹੈ ਮਹਾਨ। ਮੱਥਾ ਟੇਕਿਆ, ਬੇਨਤੀ ਕੀਤੀ, ਮਹਾਰਾਜ ਚਲੋ ਮੇਰੇ ਨਗਰੀ ਵਿੱਚ ਚਰਨ ਪਾ ਕੇ ਨਿਹਾਲ ਕਰੋ, ਸਫਲੀ ਕਰੋ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਵੀ ਰਾਜਾ ਜਾਵਾਂਗੇ ਅਸੀਂ, ਪਹਿਲਾਂ ਤੂੰ ਸਾਡੇ ਜਾਣ ਤੋਂ ਧਰਮਸ਼ਾਲ ਇੱਕ ਧਰਮ ਦੀ ਜਗ੍ਹਾ ਬਣਵਾ ਦੇ, ਤਿਆਰ ਕਰਵਾ ਦੇ, ਜਿੱਥੇ ਸਤਸੰਗ ਹੋ ਸਕੇ, ਪਰਮੇਸ਼ਰ ਦਾ ਨਾਮ ਜਪਿਆ ਜਾ ਸਕੇ, ਫਿਰ ਤੂੰ ਸਾਨੂੰ ਲੈ ਜਾਵੀਂ। ਉਸੇ ਵੇਲੇ 3 ਪ੍ਰਦਖਣਾ ਕੀਤੀਆਂ, ਮੱਥਾ ਟੇਕਿਆ ਅਤੇ ਵਾਪਸ ਆ ਗਿਆ। ਰਾਜਾ ਸੀ ਜਿਹਦੇ ਕਰਕੇ ਆਉਂਦਿਆਂ ਹੀ ਇਹਨੇ ਆਪਣੇ ਸਿਪਾਹੀ ਆਪਣੇ ਕਾਮੇ ਲਾ ਕੇ ਨੀਂਹ ਰੱਖ ਦਿੱਤੀ ਧਰਮਸਾਲ ਦੀ ਜਗ੍ਹਾ ਦੀ। ਫਿਰ ਜਿਵੇਂ ਰਾਜੇ ਨੇ ਹੋਰ ਉਪਦੇਸ਼ ਦੀ ਚਾਹਨਾ ਕੀਤੀ ਹੈ, ਗੁਰੂ ਸਾਹਿਬ ਜੀ ਨੇ ਹਠ ਯੋਗ ਭਗਤੀ ਯੋਗ ਦੇ ਰਾਹੀਂ ਉਪਦੇਸ਼ ਦਿੱਤਾ। ਉਹ ਪ੍ਰਸੰਗ ਅੱਜ ਆ ਰਹੇ ਹੈ। ਇਸ ਪ੍ਰਸੰਗ ਵਿੱਚ ਬਹੁਤ ਅਦਭੁਤ ਆਸ਼ਚਰਜਤਾ ਵਾਲਾ ਇਹ ਗਿਆਨ ਹੈ, ਡੂੰਘਾਈ ਵਾਲਾ। ਜਿਵੇਂ ਯੋਗ ਸਿਧਾਂਤ ਦੇ ਵਿੱਚ ਹੈ, ਹਠ ਯੋਗ ਇੱਕ ਭਗਤੀ ਯੋਗ ਹੈ ਗੁਰਮਤਿ ਦੇ ਹਿਸਾਬ ਨਾਲ। ਉਹ ਦੋਵੇਂ ਤਰ੍ਹਾਂ ਨੂੰ ਸਿੱਖਿਆ ਦੇ ਕੇ ਉਪਦੇਸ਼ ਕੀਤਾ। ਜਿਵੇਂ ਉਹ ਕਥਾ ਵਿਚਾਰ ਅੱਜ ਆ ਰਹੀ, ਆਪਣਾ ਸਰਵਣ ਕਰੀਏ। ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਧਿਆਨ ਸੋਪਾਨ ਸਮ। ਭਾਈ ਸੰਤੋਖ ਸਿੰਘ ਜੀ ਸਤਿਗੁਰੂ ਜੀ ਦੇ ਸਰੂਪ ਦਾ ਤਥਾ ਚਰਨਾਂ ਦਾ ਮਹਿਮਾ ਦਾ ਮੰਗਲ ਕਰਦੇ ਹੋਏ ਪ੍ਰਸੰਗ ਆਰੰਭ ਕਰ ਰਹੇ ਹੈ ਕਿ ਜੋ ਸ਼੍ਰੋਮਣੀ ਸੋਭਾ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਜਾਂ ਸਰੂਪ ਦਾ ਧਿਆਨ ਹੈ,
ਉਹ ਭਾਣ ਸਮ ਸੂਰਜ ਸਮਾਨ ਹੈ, ਬੜਾ ਤੇਜ ਪ੍ਰਤਾਪ ਵਾਲਾ। ਦਾ ਕਮਲ ਬਿਗਸਾਏ, ਜਿਵੇਂ ਸੂਰਜ ਚੜ੍ਹੇ ਦੇ ਨਾਲ ਕਮਲ ਫੁੱਲ ਖਿੜ ਜਾਂਦਾ ਹੈ, ਇਸੇ ਤਰ੍ਹਾਂ ਕਹਿੰਦੇ ਮੇਰਾ ਹਿਰਦਾ ਕਮਲ ਹੈ। ਕਵਲ ਫੁੱਲ ਦੀ ਨਿਆਈ ਇਸ ਕਵਲ ਫੁੱਲ ਵਰਗੇ ਹਿਰਦੇ ਨੂੰ ਮੈਂ ਖਿੜਾ ਕੇ ਕਵਿਤਾ ਰਚਾਂ ਜਥਾ ਮਤੀ, ਜਿਸ ਤਰ੍ਹਾਂ ਦੀ ਮੈਨੂੰ ਮਹਾਰਾਜ ਮੱਤ ਦੇਣਗੇ ਉਸ ਮੱਤ ਦੇ ਅਨੁਸਾਰ, ਉਸ ਬੁੱਧੀ ਅਨੁਸਾਰ ਮੈਂ ਗੁਰੂ ਸਾਹਿਬ ਜੀ ਦੀ ਕਥਾ ਨੂੰ ਸਪਸ਼ਟ ਕਰਨ ਵਾਸਤੇ, ਸੁਣਾਉਣ ਵਾਸਤੇ ਸਰੋਤਿਆਂ ਵਿੱਚ ਕਵਿਤਾ ਰੂਪ ਵਿੱਚ ਰਚਾਂਗਾ। ਕਥਾ ਸੁਖਦਾਏ, ਸੁਖ ਦੇਣ ਵਾਲੇ ਸਤਿਗੁਰੂ ਨਾਨਕ ਸਾਹਿਬ ਜੀ ਦੀ ਸੁਖ ਦੇਣ ਵਾਲੀ ਜਿਹੜੀ ਕਥਾ ਕਹਾਂਗਾ, ਸਭ ਤੇ ਉਤਮ ਹਰ ਕੀ ਕਥਾ। ਨਾਮ ਸੁਨਤ ਦਰਦ ਦੁਖ ਲੱਥਾ, ਕਥਾ ਕੀਰਤਨ ਸੁਖਦਾਈ, ਸੁਖ ਦੇਣ ਵਾਲੀ ਕਥਾ ਕਹਾਂਗਾ। ਸ੍ਰੀ ਬਾਲਾ ਸੰਦਰਵਾਚ ਚੌਪਈ, ਬਹੁ ਲੋਕਨ ਬੁਲਵਾਏ ਭਵਾਲਾ। ਭਾਈ ਬਾਲਾ ਜੀ ਕਹਿ ਰਹੇ ਹੈ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਇਸ ਤਰ੍ਹਾਂ ਰਾਜਾ ਮਹਾਰਾਜ ਜੀ ਦੀ ਆਗਿਆ ਲੈ ਕੇ ਆਪਣੇ ਮਹਿਲਾਂ ਵਿੱਚ ਆ ਗਿਆ ਹੈ, ਤੇ ਰਾਜੇ ਨੇ ਬਹੁਤ ਲੋਕਾਂ ਨੂੰ ਬੁਲਵਾ ਕੇ ਸਦਵਾ ਕੇ ਰਚੀ ਧਰਮਸ਼ਾਲਾ ਤਤਕਾਲਾ। ਬੜੀ ਛੇਤੀ ਗੁਰੂ ਦੀ ਆਗਿਆ ਮੰਨਦੇ ਹੋਏ ਜਿਹੜੀ ਧਰਮਸਾਲ ਧਰਮ ਦੀ ਜਗ੍ਹਾ ਹੈ ਉਹ ਰਚ ਦਿੱਤੀ ਹੈ, ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਮੇਘ ਮਦ ਚੰਦਨ ਅਗਰ ਕਪੂਰਾ, ਉਸ ਨੂੰ ਤਿਆਰ ਕਰਕੇ ਜਿਹੜੀ ਕਸਤੂਰੀ ਹੈ, ਉਹ ਚੰਦਨ ਅਗਰ ਕਪੂਰ, ਇਹ ਸੁਗੰਧੀਆਂ ਵਾਲੀਆਂ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਰਗੜ ਕੇ ਘਸਾ ਕੇ ਨਾ ਸੋਲੇਪਨ ਤਾਂ ਸੋਰੂਰਾ, ਉਸ ਧਰਮਸ਼ਾਲਾ ਨੂੰ ਬੜੇ ਸੋਹਣੇ ਤਰੀਕੇ ਨਾਲ ਇਹ ਚੰਦਰ ਅਗਨ ਕਸਤੂਰੀ ਕਪੂਰ ਮਿਲਾ ਕੇ ਇਹਨਾਂ ਦਾ ਲੇਪਣ ਕੀਤਾ, ਚਾਰ ਚੁਫੇਰੇ ਕੰਧਾਂ ਨੂੰ। ਬਹੁਤ ਸੁੰਦਰ ਤਿਹ ਦਰ ਬਣਵਾਏ, ਉਸ ਧਰਮਸ਼ਾਲਾ ਦੇ ਜਿਹੜੇ ਬਹੁਤ ਸੋਹਣੇ ਦਰਵਾਜ਼ੇ ਬਣਵਾਏ ਐ। ਭਾਂਤ ਅਨੇਕ ਵਿਛਾਉਣਾ ਛਾਏ, ਅਨੇਕਾਂ ਤਰ੍ਹਾਂ ਦੇ ਜਿਹੜੇ ਵਿਛਾਉਣੇ ਆ ਉਹ ਵਿਛਾਏ ਐ, ਜਿਹੜੇ ਗਲੀਚੇ ਆਦਿਕ ਸੋਹਣੇ ਸੋਹਣੇ ਉਹ ਵਿਛਾਉਣੇ ਕੀਤੇ ਉਹ ਧਰਮਸ਼ਾਲਾ ਵਿੱਚ। ਸਰਬ ਗੁਲਾਬ ਕੀਨ ਛਿੜਕਾਵਾ, ਸਾਰੇ ਪਾਸੇ ਵੱਲ ਜਿਹੜਾ ਗੁਲਾਬ ਹੈ ਸੋਹਣਾ, ਜਿਹਦਾ ਅਰਕ ਕੱਢ ਕੇ ਉਹਦਾ ਪਾਣੀ ਜਿਹਾ ਕੱਢ ਕੇ ਗੁਲਾਬ ਦਾ ਸੁਗੰਧੀ ਵਾਲਾ ਉਹ ਛਿੜਕਾਇਆ ਸਾਰੇ ਪਾਸੇ। ਬਹੁਤ ਸੁਗੰਧ ਜਾਂ ਮਹਿਕਾਵਾ, ਜਿਸ ਧਰਮਸ਼ਾਲਾ ਦੇ ਵਿੱਚ ਬਹੁਤ ਸੁਗੰਧੀਆਂ ਮਹਿਕਾ ਦਿੱਤੀਆਂ ਰਾਜੇ ਨੇ, ਕਿਸੇ ਕਿਸਮ ਦੀ ਕਸਰ ਨਹੀਂ ਛੱਡੀ, ਸਾਰੇ ਪਾਸੇ ਸੁਗੰਧੀ ਸੁਗੰਧੀ ਫੈਲਾ ਦਿੱਤੀ ਹੈ ਵੀ ਸਤਿਗੁਰੂ ਜੀ ਆ ਰਹੇ ਹਨ। ਸਾਮ ਏਕ ਪਰ ਅੰਕ ਦਸਾਇਓ, ਪਰ ਅੰਕ ਉਸ ਦੇ ਵਿੱਚ ਇੱਕ ਸੋਹਣਾ ਜਿਹੜਾ ਪਲੰਗ ਡਾਇਆ ਹੈ, ਉੱਪਰ ਰਚਿਰ ਬਿਸ਼ਾਨ ਬਿਛਾਇਓ, ਤੇ ਉਹਦੇ ਪਲੰਗ ਦੇ ਉੱਪਰ ਰਾਜੇ ਨੇ ਸੋਹਣਾ ਜਿਹੜਾ ਨਰਮ ਤੇ ਕੂਲਾ ਜਿਹੜਾ ਹੋਏ ਵੀ ਜਿਹਦੇ ਤੇ ਸਤਿਗੁਰੂ ਜੀ ਬੜੇ ਸੁਖਾਲੇ ਵਿਰਾਜਣ, ਉਹ ਵਿਛਾਉਣਾ ਵਿਛਾਇਆ ਹੈ। ਅਸ ਪ੍ਰਕਾਰ ਕੀ ਰਚਨਾ ਕਰਕੇ, ਇਸ ਤਰ੍ਹਾਂ ਦੀ ਧਰਮਸ਼ਾਲਾ ਦੀ ਰਚਨਾ ਕਰਕੇ, ਭਾਵ ਧਰਮਸ਼ਾਲਾ ਨੂੰ ਤਿਆਰ ਕਰਕੇ ਰਮਨਿਆ ਭੂਪ ਭਾਉ ਔਰ ਧਰ ਕੇ, ਰਾਜਾ ਸ਼ਿਵਨਾਭ ਹਿਰਦੇ ਵਿੱਚ ਬਹੁਤ ਪ੍ਰੇਮ ਧਾਰ ਕੇ ਸਤਿਗੁਰ ਜੀ ਦੀ ਤਰਫ ਚੱਲ ਪਿਆ ਹੈ। ਜਬ ਆਵਾ ਉਪਬਨ ਕੇ ਮਾਹੀ, ਇੱਥੇ ਪ੍ਰੇਮ ਦੀ ਕਥਾ ਆਰੰਭ ਹੋਣ ਜਾ ਰਹੀ ਹੈ ਕਿ ਜਦੋਂ ਹੀ ਰਾਜਾ ਸ਼ਿਵਨਾਭ ਬਾਗ ਦੇ ਵਿੱਚ ਆਇਆ ਹੈ, ਨਾਨਕ ਤਹ ਦੇਖੇ ਨਾਹੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਤੇ ਬਾਗ ਵਿੱਚ ਇਹਨੂੰ ਦਿਸੇ ਨਹੀਂ ਹਨ, ਇਹਨੂੰ ਦਿਖੇ ਨਹੀਂ ਵੀ ਸਤਿਗੁਰੂ ਉੱਥੇ ਹੈ ਹੀ ਨਹੀਂ ਹੈ। ਪਰਖਨ ਭਾਉ ਭੂਪ ਗਤ ਦਾਨਾ, ਮੁਕਤੀ ਦਾਤਾ ਸਤਿਗੁਰੂ ਜੀ ਰਾਜੇ ਦਾ ਉਹ ਪ੍ਰੇਮ ਪਰਖਣਾ ਨਾ ਵੀ ਕਿੰਨਾ ਕੁ ਸਾਨੂੰ ਪ੍ਰੇਮ ਕਰਦਾ ਹੈ, ਇਹਦੀ ਪ੍ਰੀਖਿਆ ਲੈਣ ਵਾਸਤੇ ਭਏ ਕਾਲ ਤਿਹ ਅੰਤਰ ਧਿਆਨਾ, ਉਸੇ ਵੇਲੇ ਰਾਜੇ ਦੇ ਆਉਣ ਤੋਂ ਪਹਿਲਾਂ ਹੀ
ਗੁਰੂ ਸਾਹਿਬ ਜੀ ਜਿਹੜੇ ਅੰਤਰ ਧਿਆਨ ਹੋ ਗਏ, ਗੁਪਤ ਹੋ ਗਏ। ਬਿਨਾ ਬਿਲੋਕੇ ਬਿਹਬਲ ਰਾਉ। ਜਦੋਂ ਰਾਜੇ ਨੇ ਦੇਖਿਆ ਨਹੀਂ, ਮਹਾਰਾਜ ਦਿਸੇ ਨਹੀਂ ਨੂੰ ਬਾਗ ਵਿੱਚ, ਤੇ ਵੇਖ ਬਿਨਾਂ ਦੇਖੇ ਤੋਂ ਬੜਾ ਬਿਹਬਲ ਜਿਹਾ ਹੋ ਗਿਆ ਰਾਜਾ ਸ਼ਿਵਨਾਭ, ਵਿਆਕਲ ਘਬਰਾਹਟ ਜੀ ਚ ਹੋ ਗਿਆ ਹੈ। ਧਰਨ ਗਿਰਿਓ ਤਨ ਸੁਧ ਨਹਿ ਕਾਉ। ਇਹ ਤੇ ਜਿਹੜਾ ਰਾਜਾ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ ਹੈ, ਇਹਨੂੰ ਕੋਈ ਆਪਣੇ ਸਰੀਰ ਦੀ ਸੁੱਧ ਨਹੀਂ ਰਹਿ ਗਈ, ਹੋਸ਼ ਹੀ ਨਹੀਂ ਰਹਿ ਗਈ। ਲੱਗੀ ਮ੍ਰਿਤਕਾ ਅੰਗਨ ਮਾਹੀ। ਜਦੋਂ ਇਹ ਸਿੱਧਾ ਹੀ ਐ ਡਿੱਗ ਪਿਆ ਧਰਤੀ ਉੱਪਰ, ਰਾਜੇ ਦੇ ਅੰਗਾਂ ਉੱਪਰ ਬਹੁਤ ਮਿੱਟੀ ਲੱਗ ਗਈ। ਦੀਨ ਉਚਾਏ ਸੇਵਕਨ ਤਾਹੀ। ਸੇਵਕ ਜਿਹੜੇ ਨਾਲ ਇਕੱਠੇ ਹੋ ਕੇ ਆਏ ਸੀ, ਉਹਨਾਂ ਨੇ ਰਾਜ ਨੂੰ ਬੜੀ ਛੇਤੀ ਨਾਲ ਚੁੱਕਿਆ ਉਠਾਇਆ ਹੈ। ਪਾਂਚ ਅੰਗ ਕਰ ਪਾਨ ਚਲਾਈ। ਉਹ ਵੀ ਘਾਬਰ ਜੇ ਗਏ ਐ, ਤੇ ਇਹਦੇ ਅੰਗ ਪੈਰ ਚੰਗੀ ਤਰ੍ਹਾਂ ਪੂੰਝੇ ਰਾਜੇ ਸ਼ਿਵਨਾਭ ਦੇ, ਤੇ ਉਹ ਸਾਰੇ ਜਿਹੜੇ ਸੇਵਾਦਾਰ ਸੇਵਕ ਸਨ ਇਹਦੇ, ਉਹ ਇਹਨੂੰ ਪੱਖਾ ਝੱਲਣ ਲੱਗ ਪਏ ਹੈ। ਚੇਤਨ ਤਾ ਭੂਪਤ ਤਨ ਆਈ। ਉਹ ਹਵਾ ਜੀ ਲੱਗਣੇ ਕਰਕੇ ਸਰੀਰ ਵਿੱਚ ਰਾਜੇ ਦੇ ਚੇਤਨਤਾ ਆਈ ਹੈ, ਹੋਸ਼ ਆਈ ਰਾਜੇ ਨੂੰ। ਬੋਲਿਓ ਬਾਣੀ ਹੋਏ ਸਸੋਕਾ। ਪਰ ਰਾਜੇ ਨੂੰ ਕੁਝ ਨਹੀਂ ਸੁੱਝ ਰਿਹਾ। ਰਾਜਾ ਬੋਲਿਆ ਬੜੇ ਸ਼ੋਕ ਗਮ ਦੇ ਸਹਿਤ ਹੋ ਕੇ, ਕਿਤਗੇ ਸ੍ਰੀ ਨਾਨਕ ਸੁਖ ਓਕਾ। ਇਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਸੁੱਖਾਂ ਦੇ ਘਰ ਤੁਸੀਂ ਕਿੱਥੇ ਚਲੇ ਗਏ ਹੋ? ਜਿਨਕੇ ਦਰਸ਼ਨਾ ਤੀਨਹ ਤਾਪਾ। ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਆ ਆਦੀ ਵਿਆਦੀ ਉਪਾਦੀ, ਮਨ ਦੇ ਰੋਗ, ਬਾਣੀ ਦੇ ਰੋਗ, ਸਰੀਰ ਦੇ ਰੋਗ, ਤਨਕ ਬਿਲੋਕਤ ਹੋਵਤ ਖਾਪਾ। ਥੋੜਾ ਮਾਤਰੀ ਵੇਖਦਿਆਂ ਖਪਤ ਹੋ ਜਾਂਦੇ, ਨਾਸ ਹੋ ਜਾਂਦੇ ਤਿੰਨੇ ਤਾਪ। ਹੇ ਮਹਾਰਾਜ ਤੁਸੀਂ ਕਿੱਥੇ ਚਲੇ ਗਏ ਹੋ? ਕਿਤਕ ਦਿਵਸ ਕੀ ਲੱਗੀ ਉਡੀਕਾ। ਆ ਕੁਝ ਕੁ ਦਿਨਾਂ ਦੀ ਵੀ ਤੁਸੀਂ ਆਉਣਾ ਹੈ, ਤੁਹਾਡੇ ਦਰਸ਼ਨ ਕਰਨੇ ਐ, ਮੈਨੂੰ ਉਡੀਕ ਲੱਗੀ ਸੀ ਮਹਾਰਾਜ। ਆਪ ਪ੍ਰਾਪਤ ਭਾ ਸੁਖ ਸਮਝੀ ਕਾ। ਜਦੋਂ ਤੁਸੀਂ ਆਏ ਤੁਹਾਡਾ ਦਰਸ਼ਨ ਪ੍ਰਾਪਤ ਹੋਇਆ, ਮੇਰੇ ਜੀ ਨੂੰ ਸੁਖ ਹੋਇਆ ਮਹਾਰਾਜ। ਮੰਦ ਭਾਗ ਭਾ ਮੋਰ ਮਹਾਨਾ। ਮੈਂ ਤੇ ਇਹੀ ਜਾਣਦਾ ਵੀ ਮੇਰੇ ਕੋਈ ਮੰਦੇ ਜਿਹੜੇ ਮਾੜੇ ਕੀਤੇ ਹੋਏ ਭਾਗ ਹੈ, ਮੇਰੇ ਮਾੜੇ ਕੀਤੇ ਹੋਏ ਕਰਮ ਹੀ ਮੇਰੇ ਸਾਹਮਣੇ ਆ ਗਏ ਹੈ ਹੁਣ। ਭਏ ਸਪਦ ਹੀ ਅੰਤਰ ਧਿਆਨਾ। ਤਾਂ ਹੀ ਸੱਚੇ ਪਾਤਸ਼ਾਹ ਜੀ ਤੁਸੀਂ ਮੈਨੂੰ ਦਰਸ਼ਨ ਦੇ ਕੇ ਬੜੀ ਛੇਤੀ ਅੰਤਰ ਧਿਆਨ ਹੋ ਗਏ ਹੋ, ਗੁਪਤ ਹੋ ਗਏ ਹੋ। ਅਸ ਕਹਿ ਕਾਨਨਾ ਕੀ ਦਿਸ਼ ਦੌਰਾ। ਇਸ ਤਰ੍ਹਾਂ ਕਹਿ ਕੇ ਰਾਜਾ ਆਪਣੇ ਸਿਪਾਹੀਆਂ ਨੂੰ ਛੱਡ ਦਿੱਤਾ ਪਿੱਛੇ, ਜੰਗਲ ਦੀ ਤਰਫ ਬੜਾ ਦੌੜਿਆ, ਵਿਆਕਲ ਹੋਇਆ ਰਾਜਾ ਸ਼ਿਵਨਾਭ। ਪ੍ਰੇਮ ਪ੍ਰਬਲ ਨੇ ਕੀਨਾ ਬੌਰਾ। ਜਿਸ ਨੂੰ ਬਹੁਤ ਮਹਾਨ ਬਹੁਤੇ ਪ੍ਰੇਮ ਨੇ ਆ ਬੌਰਾ ਹੀ ਕਰ ਦਿੱਤਾ ਹੈ, ਰਾਜੇ ਨੂੰ ਝੱਲਾ ਦੀਵਾਨਾ ਕਰ ਦਿੱਤਾ, ਕਮਲਿਆਂ ਵਾਂਗ ਭੱਜਾ ਫਿਰਦਾ ਜੰਗਲ ਵਿੱਚ। ਆਰਤ ਹੋਏ ਪੁਕਾਰਤ ਭਾਰੀ। ਬੜਾ ਦੁਖੀ ਹੋ ਕੇ ਬੜੀ ਭਾਰੀ ਆਵਾਜ਼ ਆਵਾਜ਼ਾਂ ਮਾਰਦਾ ਫਿਰਦਾ ਮਹਾਰਾਜ ਨੂੰ ਜੰਗਲ ਵਿੱਚ। ਪ੍ਰਾਨਨਾਥ ਮਿਲਿਏ ਇੱਕ ਬਾਰੀ। ਹੇ ਗੁਰੂ ਨਾਨਕ ਸਾਹਿਬ ਮੇਰੇ ਪ੍ਰਾਣਾਂ ਦੇ ਮਾਲਕ, ਮੈਨੂੰ ਇੱਕ ਵਾਰ ਤੇ ਜ਼ਰੂਰ ਮਿਲੀਏ ਮਹਾਰਾਜ, ਏਦਾਂ ਨਾ ਜਾਈਏ। ਦੌਰ ਦੌਰ ਸੁਧ ਹੇਤ ਮੁਕੰਦਾ। ਇਹ ਮੁਕਤੀ ਦਾਤੇ ਸਤਿਗੁਰੂ ਜੀ ਦੀ ਖਬਰ ਲੈਣ ਵਾਸਤੇ ਰਾਜਾ ਦੌੜ ਦੌੜ ਕੇ ਝੱਲਾ ਹੋ ਗਿਆ ਹੈ। ਪੂਜਤ ਬਿਟਪ ਬਿਹੰਗਨ ਬ੍ਰਿੰਦਾ। ਇੰਨਾ ਪ੍ਰੇਮ ਜਾਗਿਆ ਰਾਜੇ ਅੰਦਰ, ਇਹ ਜੰਗਲ ਦੇ ਵਿੱਚ ਰੁੱਖਾਂ ਨੂੰ ਪੁੱਛਦਾ ਫਿਰਦਾ ਹੈ। ਮਹਾਰਾਜ ਨੇ ਇੱਥੇ ਵੇਖੇ ਹੈ, ਇਹ ਪੰਛੀਆਂ ਨੂੰ ਪੁੱਛਦਾ ਫਿਰਦਾ ਹੈ ਸ਼ਿਵਨਾਭ। ਗਿਰਵਰ ਸਰਵਰ ਹੋਇਆ ਕਰ ਤੀਰਾ। ਪਹਾੜਾਂ ਨੂੰ ਪੁੱਛਦਾ ਹੈ, ਸਰੋਵਰਾਂ ਨੂੰ ਪੁੱਛਦਾ ਹੈ, ਉਹਨਾਂ ਦੇ ਕਿਨਾਰਿਆਂ ਦੇ ਕੋਲ ਹੋ ਕੇ ਪੁੱਛਦਾ ਵੀ ਗੁਰੂ ਮਹਾਰਾਜ ਇੱਥੇ ਤੇ ਨਹੀਂ ਤੁਸੀਂ ਵੇਖੇ। ਤੁਮ ਦੇਖਿਓ ਕਿਤਾ ਗੁਣੀ ਗਹੀਰਾ। ਇਹ ਕਹਿੰਦਾ ਵੀ ਜੋ ਗੁਣੀ ਗਹੀਰ ਗੁਣਾ ਦੇ ਸਮੁੰਦਰ ਗੁਰੂ ਨਾਨਕ ਸਾਹਿਬ ਹੈ, ਵੀ ਤੁਸੀਂ ਦੇਖਿਆ ਕਿ ਨਹੀਂ ਕਿਤੇ ਦੇਖੇ ਮਹਾਰਾਜ। ਇਹ ਇਸ ਤਰ੍ਹਾਂ ਦੀ ਹਾਲਤ ਹੋ ਗਈ ਜਿਵੇਂ ਸੁਦਾਮਾ ਭਗਤ ਕ੍ਰਿਸ਼ਨ ਭਗਵਾਨ ਦੇ ਮਹਿਲਾਂ ਦੇ ਅੱਗੇ ਮੁੜ ਗਿਆ ਸੀ,
ਤੇ ਕ੍ਰਿਸ਼ਨ ਭਗਵਾਨ ਨੂੰ ਜਦੋਂ ਪਤਾ ਲੱਗਾ ਵੀ ਮੇਰਾ ਮਿੱਤਰ ਸੁਦਾਮਾ ਆਇਆ, ਤੇ ਉਹ ਨੰਗੇ ਅਜੇ ਤਿਆਰੀ ਕਰ ਰਹੇ ਸਨ। ਗੋਪੀਆਂ ਉਹਨਾਂ ਦੇ ਸਿਰ 'ਤੇ ਮੁਕਟ ਰੱਖ ਰਹੀਆਂ ਸੀ, ਕੁਝ ਉਹਨਾਂ ਨੂੰ ਜੁੱਤੀ ਪਵਾ ਰਹੀਆਂ ਸਨ ਜੋੜਾਂ। ਤੇ ਕ੍ਰਿਸ਼ਨ ਭਗਵਾਨ ਉਹ ਤਿਆਰੀ ਆਪਣੀ ਛੱਡ ਕੇ ਜਿਹੜੇ ਜੋੜੇ ਉਹ ਵੀ ਉੱਥੇ ਮੁੱਦੇ ਰਹਿ ਗਏ। ਜਦੋਂ ਪਤਾ ਲੱਗਾ ਮੁਕਟ ਵੀ ਉੱਥੇ ਰਹਿ ਗਿਆ, ਐਵੇਂ ਨੰਗੇ ਕੇਸਾਂ ਸਮੇਤ ਮੋਢੇ ਦੇ ਉੱਪਰ ਜੋ ਪੀਤੰਬਰ ਰੰਗ ਦਾ ਕੱਪੜਾ ਸੀ ਉਹਦੇ ਸਮੇਤ ਭੱਜੇ ਜਾਣ। ਜੋ ਕ੍ਰਿਸ਼ਨ ਭਗਵਾਨ ਉੱਥੇ ਬੜਾ ਸੋਹਣਾ ਜ਼ਿਕਰ ਕੀਤਾ ਹੈ, ਕਹਿੰਦੇ ਜੋ ਭਗਵਾਨ ਤਿੰਨਾਂ ਲੋਕਾਂ ਦੇ ਮਾਲਕ, ਉਹ ਹੀਰਿਆਂ ਮੋਤੀਆਂ ਦੇ ਰਸਤੇ 'ਤੇ ਤਰਨੇ ਚੱਲਣੇ ਵਾਲੇ, ਉਹ ਅੱਜ ਰੋੜਾਂ ਦੇ ਤੁਰ ਤੁਰ ਕੇ ਨੱਠ ਰਹੇ ਵੀ ਮੇਰਾ ਮਿੱਤਰ ਗਰੀਬ ਸੁਦਾਮਾ ਆਇਆ ਹੈ। ਜਦੋਂ ਭੱਜੇ ਸਨ ਤੇ ਉਹ ਜਿਹੜਾ ਮੋਢੇ ਦੇ ਉੱਪਰ ਪੀਤੰਬਰ ਰੰਗ ਦਾ ਪੀਲੇ ਰੰਗ ਦਾ ਕੱਪੜਾ ਸੀ ਉਹ ਵੀ ਡਿੱਗ ਪਿਆ। ਤੇ ਭੱਜੇ ਭੱਜੇ ਦੁਆਰਕਾ ਨਗਰੀ 'ਚ ਪੁੱਛਦੇ ਫਿਰਦੇ ਸੁਦਾਮਾ ਕਿੱਧਰ ਗਿਆ ਹੈ। ਮਗਰ ਮਗਰ ਛਪਾਈ। ਉਹ ਪ੍ਰੇਮ ਦੀ ਅਵਸਥਾ ਹੈ, ਜਿਹੜੇ ਪ੍ਰੇਮ ਕਰਦਾ ਭਗਵਾਨ ਪਰਮੇਸ਼ਰ ਆਪਣੇ ਭਗਤਾਂ ਨੂੰ, ਉਹਨਾਂ ਲਈ ਉਹ ਕੁਝ ਵੀ ਕਰਦਾ ਹੈ। ਇੱਧਰ ਇਹ ਰਾਜੇ ਸ਼ਿਵਨਾਭ ਦੇ ਅੰਦਰ ਪ੍ਰੇਮ ਹੈ, ਜਿਹਦੇ ਕਰਕੇ ਪ੍ਰੇਮ ਦੇ ਨਾਲ ਵਿਆਕਲ ਹੋਇਆ ਪਹਾੜਾਂ ਨੂੰ ਪੁੱਛਦਾ ਫਿਰਦਾ ਹੈ, ਰੁੱਖਾਂ ਨੂੰ ਪੁੱਛਦਾ ਹੈ, ਪੰਛੀਆਂ ਨੂੰ ਪੁੱਛਦਾ ਹੈ, ਸਰੋਵਰਾਂ ਨੂੰ ਪੁੱਛਦਾ ਫਿਰਦਾ ਮਹਾਰਾਜ ਬਾਰੇ। ਬਿਕੁਲ ਬਚਨਾ ਬੋਲਤ ਬਨ ਮਾਹੀ। ਜੰਗਲ ਦੇ ਵਿੱਚ ਬੜਾ ਵਿਆਕਲ ਹੋਇਆ, ਬਚਨ ਬੋਲਦਾ ਘਬਰਾ ਕੇ। ਕਿਹ ਅਸਥਾਨਾ ਬਿਲੋਕੇ ਨਾਹੀ। ਕਿਸੇ ਥਾਂ ਵੀ ਇਹਨੇ ਮਹਾਰਾਜ ਨੂੰ ਵੇਖੇ ਹੀ ਨਹੀਂ ਹਨ। ਸੈਦ ਅੰਗ ਪੁਨ ਲੋਚਨ ਨੀਰਾ। ਅੰਗਾਂ ਦੇ ਉੱਪਰ ਪਸੀਨਾ ਮੁੜਕਾ ਆ ਗਿਆ ਹੈ, ਅੱਖਾਂ ਵਿੱਚੋਂ ਜਲ ਘਿਰੀ ਜਾਂਦਾ ਹੈ ਪ੍ਰੇਮ ਕਰਕੇ। ਸਰਬ ਭੀਗ ਗਏ ਚੀਰ ਸਰੀਰਾ। ਜਿਸ ਕਰਕੇ ਪਸੀਨੇ ਨਾਲ ਸਰੀਰ ਭਿੱਜ ਗਿਆ ਸਾਰਾ। ਆ ਅੱਖਾਂ 'ਚੋਂ ਨੇਤਰਾਂ 'ਚੋਂ ਜਲ ਵਾਗ ਵਾਗ ਕੇ ਆ ਮੁੱਖ ਵੀ ਸਾਰਾ ਭਿੱਜ ਗਿਆ, ਕੱਪੜੇ ਵੀ ਸਾਰੇ ਭਿੱਜ ਗਏ ਹਨ। ਗਿਰਿਓ ਧਰਨਾ ਪਰ ਹੈ ਮੁਰਸ਼ਾਈ। ਇੰਨਾ ਘਬਰਾਇਆ ਰਾਜਾ ਸ਼ਿਵਨਾਭ, ਧਰਤੀ ਉੱਪਰ ਮੂਰਛਾ ਖਾ ਕੇ ਡਿੱਗ ਪਿਆ ਬੇਹੋਸ਼ ਹੋ ਕੇ। ਤਬ ਪ੍ਰਗਟੇ ਸ੍ਰੀ ਗੁਰ ਜਗ ਸਾਈ। ਜੋ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਉਸੇ ਵੇਲੇ ਜਿੱਥੇ ਡਿੱਗਿਆ ਰਾਜਾ ਸ਼ਿਵਨਾਭ, ਉੱਥੇ ਪ੍ਰਗਟ ਹੋ ਗਏ। ਸਤਿਗੁਰੂ ਨਾਨਕ ਪ੍ਰਗਟਿਆ। ਮੰਦ ਮੰਦ ਕਰ ਪਵਨ ਚੁਲਾਵਾ। ਇਹਦੇ ਸਿਪਾਹੀਆਂ ਨੇ ਹੌਲੀ ਹੌਲੀ ਕਰਕੇ ਨੂੰ ਪੱਖਾ ਝੁਲਾਇਆ ਰਾਜੇ ਨੂੰ। ਪਾਸ਼ ਬਦਨਾ ਕੋ ਨੀਰਜ ਚਾਵਾ। ਚਵਾਵਾ ਇਹਦਾ ਮੁਖ ਪੂੰਝਿਆ, ਇਹਦੇ ਮੁਖ ਵਿੱਚ ਜਲ ਪਾਇਆ ਹੈ। ਪੀ ਤਨ ਕੀ ਸੁਧ ਪਨ ਅਵਨੀਤਾ। ਰਾਜੇ ਨੂੰ ਫਿਰ ਆਪਣੇ ਸਰੀਰ ਦੀ ਮੁਖ 'ਚ ਪਾਣੀ ਪੈਣੇ ਕਰਕੇ ਥੋੜੀ ਖਬਰ ਜੀ ਹੋਈ ਹੈ, ਹੋਸ਼ ਆਈ ਹੈ। ਪ੍ਰੀਤਮ ਦੇਖੇ ਖਰੇ ਸਮੀਪਾ। ਜਦੋਂ ਅੱਖਾਂ ਖੋਲੀਆਂ ਕੀ ਦੇਖਿਆ ਵੀ ਪਿਆਰੇ ਗੁਰੂ ਨਾਨਕ ਸਾਹਿਬ ਕੋਲ ਹੀ ਖੜੇ ਦੇਖੇ ਹੈ। ਪਾਇਨ ਪਰਿਓ ਉਤਾਇਲ ਕਰਕੇ। ਰਾਜਾ ਦੇ ਉਸੇ ਬਲੇ ਬੜਾ ਛੇਤੀ ਉੱਠਿਆ, ਉੱਠ ਕੇ ਮਹਾਰਾਜ ਦੇ ਚਰਨੀ ਪੈ ਗਿਆ, ਢਹਿ ਪਿਆ ਹੈ। ਐ ਢਹਿ ਕੇ ਡਿੱਗਿਆ, ਮੇਲ ਹੋ ਦਇਆਲ ਢਹਿ ਪੇ ਦੁਆਰਿਆ। ਰੱਖ ਲਿਓ ਦੀਨ ਦਿਆਲ ਭਰਮਤ ਬਹੁ ਹਾਰਿਆ। ਭਗਤ ਵਛਲ ਤੇਰਾ ਬਿਰਦ ਹਰ ਪਤਤ ਉਧਾਰਿਆ। ਤੁਝ ਬਿਨ ਨਾਹੀ ਕੋਈ ਬਿਨੋ ਮੋਹਿ ਸਾਰਿਆ। ਮਹਾਰਾਜ ਤੇਰੇ ਬਿਨਾ ਸਾਡਾ ਕੌਣ ਹੈ। ਐਵੇਂ ਭੱਜ ਕੇ ਬੜੀ ਛੇਤੀ ਗੁਰੂ ਜੀ ਦੇ ਚਰਨਾਂ ਦੇ ਢਹਿ ਪਿਆ ਰਾਜਾ। ਮਦ ਆਨੰਦ ਰਹਿਓ ਘਰ ਭਰ ਕੇ। ਹਿਰਦੇ ਆਨੰਦ ਤੇ ਇੰਨਾ ਇਹਦੇ ਉਛਲਿਆ, ਅੰਦਰ ਗਾਲੇ ਦਾ ਭਾਰੀ ਆਇਆ ਹੈ। ਧਰਮਸਾਲ ਮੈਂ ਸਿਰਜੀ ਸੁਆਮੀ। ਇਹ ਸੁਆਮੀ ਗੁਰੂ ਨਾਨਕ ਸਾਹਿਬ ਤੁਹਾਡੇ ਬਚਨਾਂ ਦੇ ਕਹਿਣ ਕਰਕੇ ਜਿਹੜੀ ਧਰਮ ਦੀ ਜਗ੍ਹਾ ਤੁਸਾਂ ਕਿਹਾ ਸੀ ਉਹ ਤੇ ਮੈਂ ਬਣਾ ਦਿੱਤੀ ਹੈ। ਤੁਮ ਕਿਤ ਗਮਨੇ ਅੰਤਰ ਜਾਮੀ। ਜਦੋਂ ਮੈਂ ਬਾਗ ਵਿੱਚ ਆ ਤੁਸੀਂ ਮਿਲੇ ਨਹੀਂ, ਕਿੱਧਰ ਚਲੇ ਗਏ ਸੀ ਦਿਲਾਂ ਦੀਆਂ ਜਾਣਨ ਵਾਲੇ ਗੁਰੂ ਨਾਨਕ ਸਾਹਿਬ। ਆਪ ਚੱਲ ਕਰੀਏ ਨਗਰ ਪਵਿੱਤਰਾ। ਹੁਣ ਗੁਰੂ ਸਾਹਿਬ ਜੀ ਚੱਲੋ ਮੇਰੇ ਨਾਲ, ਮੇਰਾ ਜਿਹੜਾ ਸ਼ਹਿਰ ਨਗਰ ਪਵਿੱਤਰ ਕਰੋ। ਤੈਸ ਰਾਜੀਏ ਭਵਨਾ ਬਚਿਤਰਾ। ਜਿਹੜਾ ਸੋਹਣਾ ਘਰ ਹੈ ਮੇਰਾ, ਉਹਦੇ ਵਿੱਚ ਵਿਰਾਜ ਕੇ ਸੱਜ ਕੇ ਉਹਨੂੰ ਪਵਿੱਤਰ ਕਰੀਏ ਜੀ। ਬਿਨਾ ਸ਼ਨੀ ਸ਼ਰੋਨਨ ਸੁਨ ਬਾਣੀ। ਬਿਨੇ ਸਨੀ ਜਦੋਂ ਬੇਨਤੀ ਦੇ ਵਿੱਚ ਮਿਲੀ ਹੋਈ
ਗੁਰੂ ਸਾਹਿਬ ਜੀ ਨੇ ਰਾਜੇ ਦੀ ਆਪਣੇ ਕੰਨਾਂ ਵਿੱਚ ਧਿਆਨ ਨਾਲ ਬਾਣੀ ਸੁਣੀ ਹੈ। ਤ੍ਰਿਪਤ ਸੰਗ ਗਵਨੇ ਗਤ ਦਾਨੀ, ਮੁਕਤੀ ਦਾਤੇ ਸਤਿਗੁਰ ਜੀ ਰਾਜੇ ਨਾਲ ਹੀ ਚੱਲ ਪਏ। ਧਰਮਸਾਲ ਮਹਿਲ ਚਿਰ ਪਰਯੰਕਾ, ਜੋ ਧਰਮਸ਼ਾਲਾ ਹੈ ਜਿਹੜੀ ਰਾਜੇ ਨੇ ਤਿਆਰ ਕੀਤੀ, ਉਹਦੇ ਵਿੱਚ ਸੋਹਣਾ ਜਿਹੜਾ ਪਲੰਗ, ਤਹ ਬਸਾਏ ਬਦਨ ਮਯੰਕਾ, ਜੋ ਜਿਨ੍ਹਾਂ ਦਾ ਮੁਖ ਪੂਰਨਮਾਸ਼ੀ ਦੇ ਚੰਦਰਮਾ ਵਰਗਾ ਹੈ, ਗੁਰੂ ਨਾਨਕ ਸਾਹਿਬ ਉਹ ਪਲੰਗ ਦੇ ਉੱਪਰ ਬਿਠਾਏ ਐ। ਸਗਰੇ ਨਗਰ ਵਡਾਏ ਉਸ਼ਾਹ, ਰਾਜੇ ਨੇ ਖੁਸ਼ੀ ਵਿੱਚ ਆ ਕੇ ਸਾਰੇ ਆਪਣੇ ਸ਼ਹਿਰ ਵਿੱਚ ਹੀ ਬੜਾ ਉਤਸ਼ਾਹ ਵਧਾਇਆ ਹੈ। ਦਰਸ਼ਨ ਹਿਤ ਨਰ ਨਾਰ ਉਮਾਹਾ, ਦਰਸ਼ਨਾਂ ਦੇ ਵਾਸਤੇ ਸਭ ਮਾਈ ਭਾਈ ਨੂੰ ਬੜਾ ਚਾਅ ਉਤਸ਼ਾਹ ਹੈ। ਆਇਨ ਨਿਕਟ ਉਪਾਇਨ ਧਰਹੀ, ਆ ਸੰਗਤਾਂ ਮਾਈ ਭਾਈ ਸਭ ਆ ਰਹੇ ਐ ਸ਼ਹਿਰ ਦੇ, ਗੁਰੂ ਜੀ ਦੇ ਚਰਨਾਂ ਦੇ ਕੋਲ ਭੇਟਾ ਰੱਖ ਰਹੇ, ਢੇਰਾਂ ਦੇ ਢੇਰ ਹੀ ਲੱਗ ਗਏ ਹਨ। ਹੱਥ ਜੋੜ ਕੇ ਬੰਦਨ ਕਰਹੀ, ਹੱਥ ਜੋੜ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਮੱਥਾ ਟੇਕ ਰਹੀ ਹੈ ਸੰਗਤ। ਅੰਜੁਲ ਫੂਲਨ ਅੰਜੁਲ ਡਾਲਹਿ, ਚਿੱਟੇ ਫੁੱਲ ਲੈ ਲੈ ਕੇ ਬੁੱਕਾਂ ਦੇ ਵਿੱਚ ਗੁਰੂ ਸਾਹਿਬ ਜੀ ਦੇ ਉੱਪਰ ਵਰਸਾਉਂਦੇ ਹਨ। ਚਰਚਾ ਚੰਦਨ ਧੂਪ ਤੁਖਾਰਹਿ, ਚੰਦਨ ਛਿੜਕਦੇ ਐ ਤੇ ਧੂਫ ਦਿਖਾਉਂਦੇ ਐ ਤਰ੍ਹਾਂ ਤਰ੍ਹਾਂ ਨਾਲ। ਅੰਤ ਉਤਸਵ ਸੋਪੁਰ ਪਾਪੂਰਨਾ, ਉਸ ਸ਼ਹਿਰ ਰਾਜੇ ਦੇ ਵਿੱਚ ਜਿਹੜਾ ਰਾਜੇ ਸ਼ਿਵਨਾਭ ਦਾ ਸ਼ਹਿਰ ਹੈ, ਉੱਥੇ ਦੇ ਬਹੁਤ ਉਤਸ਼ਾਹ ਪਰਿਪੂਰਨ ਹੋਇਆ, ਬਹੁਤ ਖੁਸ਼ੀਆਂ ਮਨਾ ਰਿਹਾ ਸਭ ਸ਼ਹਿਰ। ਕੀਰਤ ਪਸਰੀ ਪਾਵਨ ਰੂਰਨਾ, ਜੇ ਸਤਿਗੁਰੂ ਜੀ ਦੀ ਜਿਹੜੀ ਪਵਿੱਤਰ ਸੋਹਣੀ ਜਿਹੜੀ ਕੀਰਤੀ ਵਡਿਆਈ ਹੈ ਸਭ ਪਾਸੇ ਫੈਲ ਗਈ। ਚੰਦ ਕਲਾ ਲੈ ਰਾਣੀ ਸੰਗਾ, ਇਹਨਾਂ ਨੂੰ ਜੋ ਸ਼ਿਵਨਾਭ ਰਾਜਾ ਸੀ ਆਪਣੀ ਚੰਦ ਕਲਾ ਨਾਮ ਦੀ ਰਾਣੀ ਨੂੰ ਨਾਲ ਲੈ ਕੇ ਆਵਾ ਭੂਪਤ ਹਿਰਦੇ ਅਮੰਗਾ, ਰਾਜਾ ਆਇਆ ਹੈ ਜਿਹਦੇ ਹਿਰਦੇ ਵਿੱਚ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ ਉਪਦੇਸ਼ ਲੈਣ ਦੀ ਬਹੁਤ ਇੱਛਾ ਉਤਸ਼ਾਹ ਚਾਹਨਾ ਹੈ। ਪੂਜਾ ਕੀਨਾ ਖੋੜਸ ਪ੍ਰਕਾਰਾ, ਸਾਰਿਆਂ ਨੇ ਮਿਲ ਜੁਲ ਕੇ 16 ਪ੍ਰਕਾਰ ਦੀ ਪੂਜਾ ਕੀਤੀ ਹੈ। 16 ਪ੍ਰਕਾਰ ਦੀ ਪੂਜਾ ਲਿਖੀ ਹੋਈ ਹੈ। ਗੁਰੂ ਜੀ ਨੂੰ ਫੁੱਲ ਚੜਾਉਣੇ, ਜਿਵੇਂ ਆਪਾਂ ਮੱਥਾ ਟੇਕਦੇ ਇਹ ਵੀ ਪੂਜਾ, ਪਰਿਕਰਮਾ ਕਰਨੀ ਇਹ ਵੀ ਪੂਜਾ, ਚੌਰ ਸਾਹਿਬ ਕਰਨਾ ਇਹ ਵੀ ਪੂਜਾ, ਜਿੰਨੇ ਤਰ੍ਹਾਂ ਆਪਾਂ ਸ਼ਰਧਾ ਨਾਲ ਕਰਾਂਗੇ ਉਨੀ ਪੂਜਾ ਹੈ। 16 ਪ੍ਰਕਾਰ ਦੀ ਤੇ ਜਿਹੜੀ ਹੈ ਸਪਸ਼ਟ ਹੀ ਲਿਖੀ ਹੋਈ ਹੈ। 16 ਪ੍ਰਕਾਰ ਦੀ ਪੂਜਾ ਕੀਤੀ ਹੈ ਰਾਜੇ ਨੇ। ਕੰਚਨ ਥਾਰ ਹਾਥ ਨਿਜ ਧਾਰਾ, ਹੁਣ ਇਹ ਰਾਜਾ ਸੀ, ਕਿਹੜੀ ਕੋਈ ਕਮੀ ਸੀ, ਆਪਣੇ ਹੱਥਾਂ ਵਿੱਚ ਸੋਨੇ ਦਾ ਹੱਥ ਜਿਹੜਾ ਥਾਲ ਹੈ ਉਹ ਧਾਰਨ ਕੀਤਾ ਲਿਆ ਹੋਇਆ ਹੈ। ਵਾਰ ਚੌਮੁਖੇ ਤਾਂ ਮਹਿ ਦੀਪਾ, ਉਸ ਥਾਲ ਦੇ ਵਿੱਚ 4 ਮੂੰਹਾਂ ਵਾਲੇ ਜਿਹੜੇ ਦੀਵੇ ਹੈ ਉਹ ਬਾਲ ਕੇ ਜਲਾ ਕੇ ਕਰੀ ਆਰਤੀ ਪੁਨ ਅਵਨੀਪਾ, ਰਾਜੇ ਨੇ ਫਿਰ ਮਹਾਰਾਜ ਦੀ ਆਰਤੀ ਕੀਤੀ ਹੈ। ਪ੍ਰਤੱਖ ਸਤਿਗੁਰੂ ਜਾਣ ਕੇ, ਜੇ ਭਲਾ ਉਦੋਂ ਸਾਡੇ ਵਰਗੇ ਬੈਠੇ ਹੁੰਦੇ ਤੇ ਕਹਿੰਦੇ ਇਹਦੇ ਬਾਹਮਣਵਾਦ ਆ ਜੀ, ਇਹਦੇ ਆਰਤੀ ਕਰ ਦਿੱਤੀ ਹੈ ਦੀਵੇ ਜਗਾ ਕੇ। ਪਰ ਗੁਰੂ ਜੀ ਸਤਿਗੁਰ ਜਾਗਤਾ ਹੈ ਦਿਓ, ਸ੍ਰੀ ਹਜ਼ੂਰ ਸਾਹਿਬ ਹਜੇ ਵੀ ਉਸੇ ਤਰ੍ਹਾਂ ਕੀਤੀ ਜਾਂਦੀ ਹੈ ਤੇ ਲੋਕ ਬਹੁਤ ਉੱਤੇ ਕਿੰਤੂ ਪਰੰਤੂ ਕਰਦੇ ਹੈ ਜੀ, ਬ੍ਰਾਹਮਣਵਾਦ ਹੈ ਵੀ ਗੁਰੂ ਸਾਹਿਬ ਜੀ ਸਤਿਗੁਰ ਜਾਗਤਾ ਹੈ ਦਿਓ, ਜਿਵੇਂ ਪੂਜਾ ਕਰਨੀ ਉਹ ਕਰ ਸਕਦੇ ਹਾਂ ਆਪਾਂ। ਅਸੀਂ ਇਹ ਜੋ ਕਹਿ ਦਿੰਦੇ ਹਾਂ ਜਿਹੜੇ ਕੁਝ ਫੁੱਲ ਚੜਾ ਤੇ ਬ੍ਰਾਹਮਣਵਾਦ ਹੈ, ਜੇ ਚੰਦਨ ਦਾ ਤਿਲਕ ਲੱਗ ਗਿਆ ਬ੍ਰਾਹਮਣਵਾਦ ਹੈ, ਜੇ ਨਾਰੀਅਲ ਰੱਖ ਲਿਆ ਪਾਠ ਸਮੇਂ ਕੁੰਭ ਦਾ ਇਹ ਕਹੇ ਜੀ ਇਹ ਵੀ ਬ੍ਰਾਹਮਣ ਦਾ ਹੈ। ਵੀ ਅਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਸਾਡਾ ਹੈ? ਸਾਰੀਆਂ ਚੀਜ਼ਾਂ ਉੱਧਰ ਰਜਿਸਟ੍ਰੇਸ਼ਨ ਕਰਾ ਦਿੱਤੀਆਂ ਤੇ ਸਾਡਾ ਫਿਰ ਕੀ ਹੈ? ਕਦੀ ਸੰਗਰਾਂਦ ਸਾਡੀ ਨਹੀਂ ਹੈ, ਪੂਰਨਮਾਸ਼ੀ ਸਾਡੀ ਨਹੀਂ ਹੈ, ਮੱਸਿਆ ਸਾਡੀ ਨਹੀਂ ਹੈ, ਤੇ ਸਾਡੇ ਕੋਲ ਫਿਰ ਹੈ ਕੀ ਹੈ? ਦੀਵਾਲੀ ਸਾਡੀ ਨਹੀਂ ਹੈ, ਵਿਸਾਖੀ ਸਾਡੀ ਨਹੀਂ ਹੈ। ਇਹ ਜਿਹੜੇ ਐਵੇਂ ਬੋਲੀ ਔਰ ਬਾਲੀ ਜਾਣਾ ਆਪਣੇ ਕੋਲੋਂ ਹੀ ਮਨ ਘੜਤ ਗੱਲਾਂ ਵੀ ਸਾਰਾ ਕੁਝ ਤੁਸੀਂ ਦੂਜਿਆਂ ਨੂੰ ਦੇ ਦਿੱਤਾ ਤੇ ਤੁਹਾਡੇ ਕੋਲ ਕੀ ਬਚਿਆ ਫਿਰ? ਇਹੋ ਜਿਹੀਆਂ ਜਿਹੜੀਆਂ ਗੱਲਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਗੁਰੂ ਮਹਾਰਾਜ ਜੀ ਦੀ ਹਰ ਇੱਕ ਚੀਜ਼, ਹਰ ਇੱਕ ਘਰ ਦੀ ਵਸਤੂ ਪੂਜਣ ਯੋਗ ਹੈ।
ਕੋਈ ਜੇ ਸ਼ਰਧਾ ਨਾਲ ਗੁਰੂ ਘਰ ਦੀਆਂ ਦੀਵਾਰਾਂ ਨੂੰ ਮੱਥਾ ਟੇਕੀ ਜਾਂਦਾ, ਸ਼ਰਧਾ ਹੋਵੇ ਸਹੀ, ਉਹ ਵੀ ਸਫਲ ਹੋ ਜਾਂਦੀਆਂ। ਗੁਰੂ ਘਰ ਦੇ ਭਾਂਡਿਆਂ ਬਰਤਨਾਂ ਜੋੜਿਆਂ ਨੂੰ ਕੋਈ ਮੱਥਾ ਟੇਕਦੇ ਆ, ਹੁਣ ਅਸੀਂ ਜਾ ਕੇ ਉਹਨੂੰ ਢਾਹ ਹੀ ਲਵਾਂਗੇ ਵੀ ਤੂੰ ਜੋੜਿਆਂ ਨੂੰ ਕਾਹਨੂੰ ਮੱਥਾ ਟੇਕਦਾ, ਇਹ ਜੋੜਿਆਂ 'ਚ ਕੀ ਰੱਖਿਆ, ਜਾ ਕੇ ਅੰਦਰ ਮੱਥਾ ਟੇਕ। ਪਰ ਉਹ ਗੱਲ ਨਹੀਂ ਹੁੰਦੀ। ਸੰਗਤ ਦਾ ਸਤਿਕਾਰ ਕਰਨਾ ਵੀ ਬੜੀ ਵੱਡੀ ਗੱਲ ਹੈ। ਇਹ ਨਿਮਰਤਾ ਆਉਂਦੀ ਇਹਨਾਂ ਕੰਮਾਂ ਨਾਲ। ਤੇ ਇਹ ਰਾਜੇ ਨੇ ਹੁਣ ਸਭ ਪ੍ਰਕਾਰ ਨਾਲ ਸੇਵਾ ਕੀਤੀ ਹੈ। ਸਾਡੇ ਵਰਗੇ ਉਦੋਂ ਪ੍ਰਚਾਰਕ ਜਾਂ ਸਾਡੇ ਵਰਗੇ ਬੈਠੇ ਹੁੰਦੇ ਤੇ ਰੌਲਾ ਹੀ ਪਾ ਕੇ ਬੈਠਦੇ, ਵੇਖੋ ਜਿਹਦੀ ਵੇਲਾ ਇੱਕ ਭਾਰਤੀ ਕਰਤੀ, ਇਹ ਤੇ ਬ੍ਰਾਹਮਣਵਾਦ ਆ। ਤੇ ਅਸੀਂ ਇਹ ਪਤਾ ਨਹੀਂ ਕਿਉਂ ਨਹੀਂ ਕਹਿੰਦੇ ਵੀ ਚੰਦਨ ਸਾਡੀ ਹੈ, ਨਾਰੀਅਲ ਸਾਡਾ ਹੈ, ਸਭ ਕੁਝ ਦੂਜਿਆਂ ਨੂੰ ਦੇ ਦਿੱਤਾ ਹੈ ਤੇ ਸਾਡੇ ਕੋਲ ਕੱਖ ਵੀ ਨਹੀਂ ਹੈ। ਸਾਡੇ ਕੋਲ ਬਸ ਗੱਲਾਂ ਹੀ ਗੱਲਾਂ ਹੈ, ਹੋਰ ਕੁਝ ਵੀ ਨਹੀਂ। ਇਹ ਰਾਜੇ ਨੇ ਸਭ ਪ੍ਰਕਾਰ ਨਾਲ ਸੇਵਾ ਕੀਤੀ ਹੈ ਮਹਾਰਾਜ ਜੀ ਦੀ, ਜਿਵੇਂ ਬਣਦੀ ਹੈ, ਜਿਵੇਂ ਕਰਨੀ ਚਾਹੀਦੀ ਹੈ। ਜੈ ਧਨਾ ਧਰਮਸ਼ਾਲਾ ਪੂਰੀ, ਧਰਮਸ਼ਾਲਾ ਦੇ ਵਿੱਚ ਤੇ ਪੂਰੀ ਆਵਾਜ਼ ਹੀ ਭਰ ਗਈ, ਹੈ ਗੁਰੂ ਨਾਨਕ ਸਾਹਿਬ ਤੁਹਾਡੀ ਜੈ ਹੋਵੇ, ਤੁਹਾਡੀ ਜੈ ਹੋਵੇ। ਸਾਡੇ ਵਰਗੇ ਹੁੰਦੇ ਤੇ ਉੱਥੇ ਵੀ ਕਹਿ ਦਿੰਦੇ ਵੀ ਜੈ ਤੇ ਮਾਤਾ ਦੀ ਕਹੀ ਦੀ ਹੈ। ਦੀਨਾ ਬੇਨਤੀ ਕਹਿਰੂਰੀ, ਬੜਾ ਇਹ ਬੇਨਤੀਆਂ ਕਰਦਾ ਹੈ, ਗਰੀਬੜਾ ਹੋ ਕੇ, ਨਿਮਰਤਾ ਵਾਲਾ ਹੋ ਕੇ ਬੇਨਤੀਆਂ ਕਰਦਾ ਮਹਾਰਾਜ ਅੱਗੇ ਸੋਹਣੀਆਂ। ਹੋ ਪ੍ਰਭ ਮੁਝ ਹੈ ਸਨਾਥ ਕਰੀ ਜਾ, ਹੇ ਪ੍ਰਭੂ ਗੁਰੂ ਨਾਨਕ ਸਾਹਿਬ ਮੈਨੂੰ ਮਾਲਕ ਵਾਲਾ ਕਰ ਦਈਏ, ਮੇਰੇ ਮਾਲਕ ਬਣ ਜਾਈਏ। ਚਰਨ ਸ਼ਰਨ ਕੋ ਪਰਨਾ ਦੀਜਾ, ਆਪਣੇ ਜਿਹੜੇ ਚਰਨਾਂ ਸ਼ਰਨਾਂ ਦਾ ਮਹਾਰਾਜ ਆਸਰਾ ਹੈ ਉਹ ਮੈਨੂੰ ਦੇ ਦਈਏ। ਕਰੋ ਆਪਣਾ ਬਰ ਉਪਦੇਸ਼ੂ, ਆਪਣਾ ਜਿਹੜਾ ਸ੍ਰੇਸ਼ਟ ਉਪਦੇਸ਼, ਮਹਾਨ ਸੋਹਣਾ ਉਪਦੇਸ਼ ਹੈ ਉਹ ਵੀ ਮੈਨੂੰ ਕਰੋ ਜੀ। ਜਿਹਾਂ ਤੇ ਮਿਟ ਹੈ ਜਗਤ ਕਲੇਸ਼ੂ, ਜਿਸ ਉਪਦੇਸ਼ ਕਰਕੇ ਮੇਰੇ ਜਗਤ ਦੇ ਸੰਸਾਰ ਦੇ ਝਗੜੇ ਝਮੇਲੇ ਖਤਮ ਹੋ ਜਾਣ, ਇਹ ਜਿਹੜੇ ਰਗੜੇ ਝਗੜੇ ਪੈ ਜਾਂਦੇ ਖਤਮ ਹੋ ਜਾਣ, ਜਾਂ 5 ਪ੍ਰਕਾਰ ਦੇ ਕਲੇਸ਼, ਅਵਿਦਿਆ, ਅਸਮਤਾ, ਅਭਿਨਿਵੇਸ਼, ਰਾਗ ਦਵੇਸ਼, ਇਹ ਖਤਮ ਹੋ ਜਾਣ। ਸਰਬ ਦੇਸ਼ ਕੋ ਕਰਹੁ ਕਰਤਾਰਥ, ਮੇਰੇ ਸਾਰੇ ਇਲਾਕੇ ਨੂੰ ਗੁਰੂ ਮਹਾਰਾਜ ਚਰਨ ਪਾ ਕੇ ਨਿਹਾਲ ਸਫਲ ਕਰ ਦਿਓ ਜੀ। ਤੁਮ ਬਚਨਨ ਮਹਿ ਚਤੁਰ ਪਦਾਰਥ, ਤੁਹਾਡੇ ਬਚਨਾਂ ਵਿੱਚ ਹੀ ਗੁਰੂ ਸਾਹਿਬ ਚਾਰੇ ਪਦਾਰਥ ਹੈ, ਧਰਮ ਅਰਥ ਕਾਮ ਮੋਖ, ਇਹ ਤੋਂ ਅੱਗੇ ਕੋਈ ਪਦਾਰਥ ਹੈ ਹੀ ਨਹੀਂ। ਆਸ ਪ੍ਰਕਾਰ ਕੀ ਬਿਨਤੀ ਸੁਨ ਕਾ, ਇਸ ਤਰ੍ਹਾਂ ਦੀ ਰਾਜੇ ਦੀ ਸੋਹਣੀ ਬੇਨਤੀ ਸੁਣ ਕੇ, ਭੋਲੇ ਦਿਆਲ ਬਿਰਦ ਨਿਜ ਜਨ ਕੈ, ਦਿਆਲੂ ਕਿਰਪਾਲੂ ਮਹਾਰਾਜ ਆਪਣਾ ਧਰਮ ਬਿਰਦ ਪ੍ਰਣ ਨਿਯਮ ਸਮਝ ਕੇ ਵਿਚਾਰ ਕੇ ਬੋਲੇ ਹੈ। ਮਨ ਕੋ ਰੋਕਨਾ ਨਿਰਮਲ ਕਰਨੋ, ਇਹ ਰਾਜਾ ਉਹ ਤੈਨੂੰ ਦੱਸਦੇ ਆ ਵਿਧੀ ਵਿਧਾਨ, ਜਿਹੜਾ ਮਨ ਨੂੰ ਰੋਕ ਕੇ ਰੱਖਣਾ ਹੈ ਮਾੜੇ ਕੰਮਾਂ ਵੱਲੋਂ ਤੇ ਨਿਰਮਲ ਕਰਨਾ ਹੈ ਮਨ ਨੂੰ ਪਾਪਾਂ ਵੱਲੋਂ। ਯਹੀ ਉਪਾਵ ਕਲੇਸ਼ਨ ਹਰਨਾ, ਇਹੀ 2 ਉਪਾਅ ਆ ਕਲੇਸ਼ਾਂ ਨੂੰ ਨਾਸ਼ ਕਰਨ ਵਾਸਤੇ। 5 ਪ੍ਰਕਾਰ ਦੇ ਕਲੇਸ਼ ਤੇ ਇਸੇ ਤਰ੍ਹਾਂ ਜਿਹੜੇ ਰਗੜੇ ਝਗੜੇ ਆ ਇਹ ਸਾਰੇ ਖਤਮ ਹੋ ਜਾਂਦੇ। ਇੱਕ ਤੇ ਮਨ ਨੂੰ ਰੋਕਣਾ ਵਿਕਾਰਾਂ ਵੱਲੋਂ, ਵਿਸ਼ਿਆਂ ਵੱਲੋਂ, ਕਿਉਂਕਿ ਵਿਸ਼ਿਆਂ ਕਰਕੇ ਵੀ ਲੜਾਈ ਝਗੜੇ ਹੁੰਦੇ ਰਹਿੰਦੇ ਆ, ਵਿਸ਼ਿਆਂ ਦੀ ਅੱਗ ਕਰਕੇ। ਤੇ ਮਨ ਨੂੰ ਨਿਰਮਲ ਰੱਖਣਾ, ਇਹਦੇ ਨਾਲ ਇਹ 2 ਜਿਹੜੇ ਆ ਵਿਧੀਆਂ ਹੈ ਜਿਨ੍ਹਾਂ ਕਰਕੇ ਮਨ ਜਿਹੜਾ ਕਲੇਸ਼ਾਂ ਤੋਂ ਛੁੱਟ ਜਾਂਦਾ ਹੈ। ਤਾਂ ਕੀ ਜਾਣਾ ਹੈ ਬਿਦ ਦੋ, ਉਸ ਮਨ ਨੂੰ ਰੋਕਣਾ ਤੇ ਨਿਰਮਲ ਕਰਨਾ ਉਹਦੀਆਂ 2 ਵਿਧੀਆਂ ਹੈ, ਜਾਣ ਲੈ। ਵੇਦ ਸੰਤ ਪੁਨ ਭਾਖਤ ਸੋ, ਜਿਹੜੇ ਵੇਦ ਹੈ ਸ਼ਾਮ, ਜੁਜੁਰ, ਅਥਰਵਣ, ਰਿਗ, ਇਹ ਜਾਤ ਵੇਦ ਜਾਂ ਜਿਹੜੇ ਵੇਦ ਗਿਆਨਮਈ ਪੁਸਤਕ ਹੈ ਉਹ ਵੀ ਇਹ ਗੱਲ ਕਹਿੰਦੇ ਹੈ। ਤੇ ਸੰਤ ਜਿਹੜੇ ਸਵਾਸ ਸਿਮਰਨ ਕਰਨ ਵਾਲੇ ਹੈ, ਜਿਹੜੇ ਸਾਸ ਸਿਮਰੋ ਗੋਬਿੰਦ ਦੀ ਅਵਸਥਾ ਵਾਲੇ ਸੰਤ ਉਹ ਵੀ ਇਹ ਕਹਿੰਦੇ ਹਨ। ਜੋ ਹੋਵਹਿ ਤੁਝ ਪਾਸ ਸੁਖਾਰੋ, 2 ਉਹਨਾਂ ਨੇ ਵਿਧੀਆਂ ਕਹੀਆਂ ਹੈ, ਜੋ ਤੇਰੇ ਪਾਸੋਂ ਸੌਖਾ ਹੋ ਸਕਦਾ ਇੱਕ ਉਹ ਤੂੰ ਕਰ ਲੈ। ਸੋ ਕਰੀਏ ਨੀਕੇ ਨਿਰਧਾਰੋ, ਉਹ ਰਾਜਾ ਚੰਗੀ ਤਰ੍ਹਾਂ ਨਿਰਣਾ ਕਰਕੇ ਇੱਕ ਵਿਧੀ ਅਪਣਾ ਲੈ, ਕਰ ਲੈ।
ਜਿਵੇਂ ਗ੍ਰੰਥਾਂ ਨੇ ਤੇ ਸੰਤਾਂ ਨੇ ਕਿਹਾ ਹੋਇਆ ਹੈ। ਸੁਣ ਸ਼ਿਵ ਨਾਭ ਬੰਦ ਦਹਥ, ਰਾਜਾ ਸ਼ਿਵ ਨਾਭ ਦੋਵੇਂ ਹੱਥਾਂ ਨੂੰ ਜੋੜ ਕੇ ਚਰਨ ਕਮਲ ਪਰ ਧਰ ਕਰ ਮਾਥਾ, ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਉੱਪਰ ਆਪਣਾ ਮੱਥਾ ਰੱਖ ਕੇ ਏ ਦਵੈ ਬਿਦ ਕੀ ਕਹੇ ਉਪਾਈ, ਮਹਾਰਾਜ ਜੋ ਤੁਸੀਂ ਦੋ ਵਿਧੀਆਂ ਢੰਗ ਤਰੀਕਿਆਂ ਦੇ ਉਪਾਅ ਹੀਲੇ ਕਹੇ ਯਤਨ ਕਹੇ ਹੈ ਕਿ ਕਿਵੇਂ ਮਨ ਨੂੰ ਰੋਕਣਾ ਤੇ ਨਿਰਮਲ ਕਰਨਾ ਹੈ, ਕਰ ਬਿਥਾਰ ਸੋ ਦੇਹੋ ਸੁਨਾਈ, ਉਹ ਦੋ ਵਿਧੀਆਂ ਢੰਗ ਤਰੀਕੇ ਜਿਵੇਂ ਸੰਤ ਦੇ ਗ੍ਰੰਥ ਕਹਿੰਦੇ ਐ ਉਹ ਵਿਸਥਾਰ ਕਰਕੇ ਮਹਾਰਾਜ ਸਾਨੂੰ ਸੁਣਾ ਦਿਓ, ਦੱਸ ਦਿਓ। ਓ ਰਾਜਨ ਜੋ ਦਵੈ ਪ੍ਰਕਾਰਾ, ਗੁਰੂ ਜੀ ਕਹਿਣ ਲੱਗੇ ਹੇ ਰਾਜਾ ਜੋ ਦੋ ਪ੍ਰਕਾਰ ਦੇ ਤੈਨੂੰ ਵਿਧੀਆਂ ਢੰਗ ਤਰੀਕੇ ਕਹੇ ਐ ਸੋ ਉਚਰਤ ਹਾਂ ਕਰ ਵਿਸਥਾਰਾ, ਉਹ ਅਸੀਂ ਵਿਸਥਾਰ ਕਰਕੇ ਤੈਨੂੰ ਦੱਸਦੇ ਹਾਂ, ਤੈਨੂੰ ਕਹਿੰਦੇ ਹਾਂ। ਕਸ਼ਟ ਜੋਗ ਇੱਕ ਭਗਤ ਜੋਗ ਸੋਨਾ, ਉਹ ਦੋ ਢੰਗ ਤਰੀਕੇ ਕਿਹੜੇ ਐ? ਇੱਕ ਤੇ ਹੈ ਕਸ਼ਟ ਯੋਗ ਤੇ ਦੂਸਰਾ ਹੈ ਭਗਤੀ ਯੋਗ, ਭਾਵ ਸੌਖੇ ਤਰੀਕੇ ਨਾਲ ਪਰਮੇਸ਼ਰ ਦੀ ਭਗਤੀ ਵਿੱਚ ਜੁੜੇ ਰਹਿਣਾ। ਇਹ ਦੋ ਢੰਗ ਤਰੀਕੇ ਹਨ ਉਹ ਮਨ ਨੂੰ ਨਿਰਮਲ ਕਰਨ ਲਈ ਤੇ ਮਨ ਨੂੰ ਵਿਕਾਰਾਂ ਵੱਲੋਂ ਵਿਸ਼ਿਆਂ ਵੱਲੋਂ ਰੋਕਣ ਲਈ। ਇਨ ਦੋਨੋਂ ਤੇ ਹੋਇ ਨਿਰਮਲ ਤਨ, ਇਹਨਾਂ ਦੋਨਾਂ ਦੇ ਨਾਲ ਹੀ ਜਿਹੜਾ ਸਰੀਰ ਬਾਹਰੀ ਵੀ ਨਿਰਮਲ ਹੋ ਜਾਂਦਾ ਹੈ, ਜਿਹੜਾ ਮਨ ਹੈ ਉਹ ਵੀ ਸੂਖਮ ਮਨ ਉਹ ਵੀ ਨਿਰਮਲ ਹੋ ਜਾਂਦਾ ਹੈ। ਪ੍ਰਥਮ ਕਸ਼ਟ ਜੋ ਜੋਗ ਬਖਾਨਾ, ਹੇ ਰਾਜਾ ਜੋ ਤੈਨੂੰ ਅਸਾਂ ਨੇ ਪਹਿਲਾ ਕਸ਼ਟ ਯੋਗ ਕਿਹਾ ਹੈ, ਕਸ਼ਟ ਯੋਗ ਦਾ ਅਰਥ ਹੁੰਦਾ ਵੀ ਔਖਿਆਂ ਹੋ ਕੇ ਕੋਈ ਯੋਗ ਕਰਨਾ, ਔਖਿਆਂ ਹੋ ਕੇ ਕੋਈ ਸਾਧਨਾ ਕਰਨੀ, ਇਹ ਕਸ਼ਟ ਯੋਗ ਕਹਿ ਲਓ ਜਾਂ ਹੱਠ ਯੋਗ ਕਹਿ ਲਓ। ਜਿਹੜਾ ਹੱਠ ਯੋਗ ਤੈਨੂੰ ਰਾਜਾ ਕਿਹਾ ਹੈ ਅਸਾਂ ਨੇ, ਅਸ਼ਟ ਅੰਗ ਤਾਂ ਕੇ ਸੁਨ ਕਾਨਾ, ਉਹਦੇ 8 ਅੰਗ ਹੈ ਅੱਗੇ। ਜਿਹੜਾ ਹੱਠ ਯੋਗ ਜਾਂ ਕਸ਼ਟ ਯੋਗ ਹੈ ਸਰੀਰ ਨੂੰ ਤੰਗ ਕਰਕੇ ਜਿਹੜਾ ਯੋਗ ਕਰਨਾ ਜੁੜਨਾ, ਉਹਦੇ ਅੱਗੇ 8 ਅੰਗ ਹੈ। ਉਹ ਵੀ ਕੰਨਾਂ ਵਿੱਚ ਧਿਆਨ ਦੇ ਕੇ ਸੁਣ ਲਾ। ਅੰਗ ਉਹਦੇ 8 ਹਿੱਸੇ ਹੈ, 8 ਭਾਗ ਹਨ। ਯਮ ਅਰ ਨੇਮ ਇਕੰਤੰ ਦੇਸੂ, ਉਹ ਕੀ ਹੈ? ਉਹ 8 ਜਿਹੜੇ ਅੰਗ ਹੈ ਕਸ਼ਟ ਯੋਗ ਦੇ। ਪਹਿਲਾ ਹੈ ਯਮ, ਦੂਸਰਾ ਹੈ ਨੇਮ, ਤੀਸਰਾ ਇਕਾਂਤ ਦੇਸ਼ ਇਕੱਲੇ ਰਹਿਣਾ, ਆਸਨ ਪ੍ਰਾਣਾਯਾਮ ਸੁਦੇਸ਼ੂ, ਚੌਥਾ ਹੈ ਆਸਣ, 8ਵਾਂ ਹੈ ਪ੍ਰਾਣਾਯਾਮ ਸੋਹਣੇ ਸਥਾਨ ਵਾਲਾ, ਧਿਆਨ ਧਾਰਨਾ ਅਸ਼ਟ ਸਮਾਦ, ਤੇ 7ਵਾਂ ਹੈ 6ਵਾਂ ਹੈ ਧਿਆਨ, 7ਵਾਂ ਹੈ ਧਾਰਨਾ ਤੇ 8ਵਾਂ ਜਿਹੜਾ ਸਮਾਧੀ। ਪਾਏ ਪਰਮ ਪਦ ਇਨਕੋ ਸਾਧ, ਜਿਹੜਾ ਇਹ ਯੋਗ ਹੱਠ ਯੋਗ ਦੇ 8 ਸਾਧਨਾਂ ਨੂੰ ਸਾਧ ਲੈਂਦਾ ਹੈ, ਕਰ ਲੈਂਦਾ ਚੰਗੀ ਤਰ੍ਹਾਂ, ਪਾ ਲੈਂਦਾ ਹੈ, ਉਹ ਪਰਮ ਪਦਵੀ ਜਿਹੜੀ ਉੱਤਮ ਪਦਵੀ ਅੰਤ ਨੂੰ ਉਹਨੂੰ ਪਾ ਲੈਂਦਾ ਹੈ, ਪ੍ਰਾਪਤ ਕਰ ਲੈਂਦਾ ਹੈ। ਪ੍ਰਥਮੇ ਯਮ ਸੋ 10 ਪ੍ਰਕਾਰਾ, ਇਹ ਰਾਜਾ ਜਿਹੜਾ ਤੈਨੂੰ ਯਮ ਕਿਹਾ ਹੈ ਨਾ ਪਹਿਲਾ ਹੱਠ ਯੋਗ ਦਾ ਪਹਿਲਾ ਹਿੱਸਾ ਪਹਿਲਾ ਭਾਗ, ਉਹ ਅੱਗੇ 10 ਪ੍ਰਕਾਰ ਦਾ ਉਹ ਵੀ ਸੁਣ। ਲੱਛਣ ਤਿਨਕ ਕਰੋ ਬਿਥਾਰਾ, ਉਸ ਯਮ ਦੇ ਜਿਹੜੇ 10 ਪ੍ਰਕਾਰ ਦਾ ਹੈ ਅੱਗੇ ਯਮ 10 ਪ੍ਰਕਾਰ ਦਾ, ਉਹਦਾ ਵਿਸਥਾਰ ਦੇ ਤੈਨੂੰ ਲੱਛਣ ਚਿੰਨ ਕਹਿੰਦੇ ਹਾਂ। ਦੋਹਰਾ ਏਕ ਹਿੰਸਾ ਜਾਣੀਏ, ਉਹ ਕੀ ਹੈ ਕਿ ਪਹਿਲਾ ਯਮ ਦਾ ਜਿਹੜਾ ਹਿੱਸਾ ਹੈ ਭਾਗ ਉਹਨੂੰ ਅਹਿੰਸਾ ਜਾਣੀਏ। ਹਿੰਸਾ ਹੁੰਦੀ ਹੈ ਵੀ ਕਿਸ ਨੂੰ ਮਾਰਨਾ ਮਨ ਬਾਣੀ ਸਰੀਰ ਕਰਕੇ, ਤੇ ਜਿਹੜਾ ਅਹਿੰਸਾ ਵੀ ਮਾਰਨ ਤੋਂ ਰਹਿਤ ਹੋਣਾ। ਪਹਿਲਾ ਯਮ ਦਾ ਜਿਹੜਾ ਹੈ ਭਾਗ ਹੈ ਉਹ ਅਹਿੰਸਾ ਜਾਣ ਲੈ। ਮਨ ਬਚ ਕਾਇਆ ਤੀਨਾ, ਜਿਹੜੀ ਮਨ ਕਰਕੇ ਹਿੰਸਾ ਕਰਨੀ ਹੈ, ਬਾਣੀ ਬਚਨ ਕਰਕੇ ਹਿੰਸਾ ਕਰਨੀ ਹੈ, ਤੇ ਕਾਇਆ ਸਰੀਰ ਕਰਕੇ ਹਿੰਸਾ ਕਰਨੀ। 3 ਪ੍ਰਕਾਰ ਦੀ ਅੱਗੇ ਹਿੰਸਾ ਹੈ। ਪਰ ਕੋ ਬੁਰਾ ਜੇ ਚਿਤਵਨਾ, ਜਿਹੜਾ ਕਿ ਪਰਾਏ ਦਾ ਬੁਰਾ ਚਿਤਵਨਾ ਨਾ ਕਿ ਫਲਾਣਾ ਮਰ ਜੇ, ਉਹਦਾ ਸਤਿਆਨਾਸ਼ ਹੋ ਜੇ, ਮੈਨੂੰ ਅੱਖੀ ਨਾ ਦਿਸੇ, ਇਹ ਜਿਹੜਾ
ਪਰਾਏ ਦਾ ਦੂਸਰੇ ਦਾ ਬੁਰਾ ਚਿਤਵਣਾ, ਔਖੇ ਰਹਿਣਾ ਵੀ ਮੈਨੂੰ ਦਿਖੇ ਹੀ ਨਾ ਇਹ। ਮਨ ਕੀ ਹਿੰਸਾ ਚੀਨਾ, ਇਹਨੂੰ ਤੂੰ ਮਨ ਦੀ ਹਿੰਸਾ ਜਾਣ ਲਾ। ਜਿਹੜਾ ਪਰਾਏ ਦਾ ਪਰ ਕਾ ਬੁਰਾ ਨਾ ਰਾਖੋ ਚੀਤ, ਜਿਹੜਾ ਪਰਾਏ ਦਾ ਬੁਰਾ ਚਿਤਵਣਾ ਹੈ ਇਹ ਮਨ ਦੀ ਹਿੰਸਾ, ਕਿਉਂਕਿ ਇਹੋ ਜਿਹੀਆਂ ਗੱਲਾਂ ਮਨ ਵਿੱਚ ਹੀ ਫੁੱਟਦੀਆਂ ਹਨ। ਚੌਪਈ ਫਿੱਕਾ ਬੋਲਾ ਦੁਖਾਏ ਹਨਾਵਾ। ਫਿਰ ਦੂਸਰੀ ਹਿੰਸਾ ਇਹ ਹੈ ਕਿ ਜਿਹੜਾ ਫਿੱਕਾ ਬੋਲ ਕੇ, ਬੇਰਸਾ ਜਾ ਬੋਲ ਕੇ ਕਿਸੇ ਨੂੰ ਦੁਖੀ ਕਰ ਦੇਣਾ, ਕਿਸੇ ਦਾ ਦਿਲ ਢਾਹ ਦੇਣਾ, ਜਾਂ ਗਾਲ ਮੰਦਾ ਕਰਕੇ ਅਗਲੇ ਨੂੰ ਜਿਹੜਾ ਹੈ ਦੁਖੀ ਕਰ ਦੇਣਾ, ਜਾਂ ਇਹ ਕਹੀ ਜਾਣਾ ਵੀ ਹਨਾਵੈ ਤੂੰ ਮਰ ਜੇ, ਤੇਰਾ ਰਹੇਗਾ ਖਨਾ, ਤੂੰ ਰਵੇ ਹੀ ਨਾ ਇਸ ਦੁਨੀਆ ਦੇ ਉੱਪਰ। ਇਹ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਇਹ ਜਿਹੜਾ ਫਿੱਕਾ ਬੋਲ ਕੇ ਕਿਸੇ ਦਾ ਦਿਲ ਜਾ ਢਾਹ ਦੇਣਾ। ਹਿੰਸਾ ਬਚਨ ਨਾ ਕੀ ਕਹਿਲਾਵਾ, ਇਹ ਹਿੰਸਾ ਬਚਨ ਦੀ ਕਹੀ ਜਾਂਦੀ, ਕਿਉਂਕਿ ਬਚਨ ਨਾਲ ਕਿਸੇ ਨੂੰ ਮਾਰ ਦੇਈਦਾ ਗੱਲ ਕਰਕੇ। ਤੀਜੀ ਮਾਰਨਾ ਜੀਵਨ ਕੇਰੀ, ਤੀਸਰੀ ਹਿੰਸਾ ਹੈ ਜਿਹੜੀ ਜੀਵਾਂ ਨੂੰ ਮਾਰਨਾ, ਕਿਸੇ ਹਥਿਆਰ ਨਾਲ, ਛੁਰੀ ਫੇਰ ਕੇ ਜਾਂ ਤਲਵਾਰ ਆਦਿ ਮਾਰ ਕੇ। ਤਿਆਗਾ ਇਨ ਕੋ ਹੋਇ ਬਿਨ ਦੇਰੀ, ਇਹਨਾਂ ਨੂੰ ਬਿਨਾਂ ਦੇਰੀ ਤੋਂ ਪਤਾ ਜਾਣ ਕੇ ਤੇ ਇਹਨਾਂ ਨੂੰ ਛੱਡ ਦੇਵੇ। ਤਿੰਨ ਪ੍ਰਕਾਰ ਦੀ ਹਿੰਸਾ ਵੀ ਮਨ ਕਰਕੇ ਕਿਸੇ ਦਾ ਬੁਰਾ ਚਿਤਵਣਾ, ਬਾਣੀ ਕਰਕੇ, ਬਚਨ ਕਰਕੇ ਕਿਸੇ ਦਾ ਦਿਲ ਢਾਹ ਦੇਣਾ, ਦੁਖੀ ਕਰ ਦੇਣਾ, ਮਰਨ ਵਾਲਾ ਅਗਲੇ ਨੂੰ ਕਰ ਦੇਣਾ। ਤੇ ਤੀਸਰਾ ਜਿਹੜਾ ਹੱਥੀਂ ਪ੍ਰਤੱਖ ਕਿਸੇ ਦੇ ਤਲਵਾਰ ਮਾਰ ਦੇਣੀ, ਜਿਵੇਂ ਆ ਕੋਈ ਬੱਕਰੇ ਆਦਿਕ ਹੋਰ ਸੂਰ ਜੀਵਾਂ ਪੰਛੀਆਂ ਨੂੰ ਮਾਰੀ ਜਾਂਦੇ ਆ, ਜਾਂ ਬੰਦਿਆਂ ਨੂੰ ਮਾਰ ਦਿੰਦੇ ਆ। ਇਹ ਤੀਸਰੀ ਹਿੰਸਾ ਹੈ ਸਰੀਰ ਦੀ, ਸਰੀਰ ਕਰਕੇ ਮਾਰਨਾ। ਇਹਨਾਂ ਤਿੰਨਾਂ ਨੂੰ ਬਿਨਾਂ ਦੇਰੀ ਤੋਂ ਇਹ ਛੱਡ ਦੇ ਮਨੁੱਖ ਸਮਝ ਕੇ। ਇਹ ਪਹਿਲਾ ਜੰਮ ਦਾ ਹਿੱਸਾ ਹੈ ਜਿਹਨੂੰ ਅਹਿੰਸਾ ਕਿਹਾ ਜਾਂਦਾ ਹੈ। ਤੀਏ ਸੱਚ ਉਚਰਨ ਨਿਰਭੈ, ਦੂਸਰਾ ਯਮ ਹੈ ਸੱਚ ਜਿਹੜਾ ਉਚਾਰਨਾ, ਸੱਚ ਉਚਾਰ ਕੇ ਨਿਰਵਾਹ ਕਰੇ ਆਪਣਾ। ਕਬਹੁ ਕੂਰ ਨਾ ਕਹਿ ਬਿਦ ਕਹਿ, ਕਦੇ ਵੀ ਜਿਹੜੇ ਝੂਠ ਦਾ ਬਚਨ ਕਿਸੇ ਤਰ੍ਹਾਂ ਵੀ ਨਾ ਕਹੇ। ਨਹੀਂ ਤੇ ਲੋਕ ਕਹਿ ਦਿੰਦੇ ਐ ਜਿੱਥੇ ਝੂਠ ਬੋਲਿਆ ਕਿਸੇ ਦੀ ਜਾਨ ਬਚਦੀ, ਉਹ ਵੀ ਬੋਲ ਦੇਣਾ ਚਾਹੀਦਾ ਹੈ। ਪਰ ਝੂਠ ਝੂਠ ਹੈ, ਸੱਚ ਸੱਚ ਹੈ। ਤੀਜੇ ਹੈ ਦ ਭਾਂਤ ਸਤੇਈ, ਇਹ ਦੂਸਰੇ ਪ੍ਰਕਾਰ ਦਾ ਜਮ ਹੈ ਵੀ ਸੱਚ ਦਾ ਬੋਲ ਕੇ ਨਿਰਵਾਹ ਕਰਨਾ, ਕਿਸੇ ਤਰ੍ਹਾਂ ਵੀ ਝੂਠ ਨਾ ਬੋਲਣਾ, ਕੁਝ ਵੀ ਹੋ ਜੇ। ਕਿਉਂਕਿ ਗੁਰੂ ਕੇ ਸਿੱਖ ਵੇਖ ਲਓ ਤੁਸੀਂ, ਉਹ ਸੱਚ ਹੀ ਬੋਲਦੇ ਰਹੇ ਆ, ਜਾਨ ਦੀ ਪਰਵਾਹ ਨਹੀਂ ਕੀਤੀ। ਆ ਸਾਡੇ ਵਰਗੇ ਹੁੰਦੇ ਤੇ ਕਹਿ ਦਿੰਦੇ ਜੀ ਵਕਤ ਵਿਚਾਰੇ ਸੋ ਬੰਦਾ ਹੋਏ, ਵੀ ਉਹ ਬੰਦਾ ਹੈ ਜਿਹੜਾ ਵਕਤ ਵਿਚਾਰ ਲੇ, ਭਾਵ ਜਾਨ ਬਚਾ ਕੇ ਤੇ ਨੱਠ ਜੇ ਆਪਣੀਆਂ ਪੂਛਾਂ ਛਡਾ ਕੇ, ਉਹ ਬੰਦਾ ਹੈ। ਸਾਡੇ ਵਰਗੇ ਨੇ ਹੀ ਕਹਿਣਾ ਹੈ। ਪਰ ਇੱਥੇ ਹੱਠ ਯੋਗ ਦੇ ਵਿੱਚ ਵੀ ਆਇਆ ਹੈ ਤੇ ਗੁਰੂ ਕੇ ਸਿੱਖਾਂ ਨੇ ਵੀ ਇਹਨਾਂ ਬਚਨਾਂ ਦੇ ਪਹਿਰਾ ਦਿੱਤਾ ਹੀ ਹੈ। ਜਦੋਂ ਕਿ ਹੱਠ ਯੋਗ ਗੁਰੂ ਕੇ ਸਿੱਖ ਨਹੀਂ ਕਰਦੇ, ਉਹਦੇ ਭਗਤੀ ਯੋਗ ਹੀ ਕਰਦੇ ਆ। ਪਰ ਉਹਨਾਂ ਅੰਦਰ ਸਭ ਤਰ੍ਹਾਂ ਦੇ ਗੁਣ ਹੁੰਦੇ ਆ। ਤੀਸਰਾ ਜਮ ਹੈ ਕਿ ਜਿਹੜੀ ਚੋਰੀ, ਉਹ ਚੋਰੀ ਅੱਗੇ ਦੋ ਤਰ੍ਹਾਂ ਦੀ ਹੈ। ਇੱਕ ਤਨ ਕੀ ਇੱਕ ਮਨ ਕੀ ਸੇਈ, ਇੱਕ ਤੇ ਮਨ ਦੀ ਚੋਰੀ ਹੈ, ਇੱਕ ਸਰੀਰ ਦੀ ਚੋਰੀ ਹੈ। ਪਰ ਕੀ ਵਸਤ ਛਪਾਵਨ ਕਰਨੀ, ਉਹ ਕੀ ਹੈ ਵੀ ਦੂਸਰੇ ਦੀ ਜਿਹੜੀ ਕੋਈ ਚੀਜ਼ ਵਸਤੂ ਵੇਲੀ ਉਹਨੂੰ ਛਪਾ ਕੇ ਰੱਖ ਲੈਣਾ, ਲੁਕਾ ਕੇ ਰੱਖ ਲੈਣਾ, ਦੇਣਾ ਹੀ ਨਾ। ਇਹੋ ਸਤੇਈ ਤਨ ਕੀ ਬਰਨੀ, ਇਹ ਸਰੀਰ ਦੀ ਚੋਰੀ ਹੈ, ਕਿਉਂਕਿ ਸਰੀਰ ਨਾਲ ਚੁੱਕ ਕੇ ਲੁਕਾ ਕੇ ਤੇ ਰੱਖਾਂਗੇ ਕਿਸੇ ਦੀ ਚੀਜ਼, ਤੇ ਉਹ ਜੋ ਲੁਕਾ ਲਾਂਗੇ ਫਿਰ ਉਹ ਆਖੂ ਵੀ ਇੱਥੇ ਪਈ ਸੀ, ਕਵਾਂਗੇ ਵੀ ਅਸੀਂ ਤੇ ਵੇਖੀ ਨਹੀਂ ਹੈ। ਇਹ ਸਰੀਰ ਦੀ ਚੋਰੀ ਹੈ। ਕਰਹਿ ਪਾਪ ਪੁੰਨ ਰਾਖ ਦੁਰਾਏ, ਦੂਸਰੀ ਚੋਰੀ ਇਹ ਹੈ ਕਿ ਪਾਪ ਕਰੀ ਜਾਣੇ, ਫਿਰ ਉਹਨਾਂ ਨੂੰ ਲੁਕਾ ਛਪਾ ਕੇ ਰੱਖਣਾ। ਗੁਰੂ ਪੀਰ ਅੱਗੇ ਆਪਣਾ ਜਿਹੜਾ ਹੈ ਲੁਕਾ ਛਪਾ ਰੱਖਣਾ ਵੀ ਮੈਂ ਤੇ ਬੜਾ ਸਾਫ ਸੁਥਰਾ ਹਾਂ। ਇਹ ਮਨ ਕੀ ਚੋਰੀ ਕਹਿਲਾਏ, ਇਹ ਮਨ ਦੀ ਚੋਰੀ ਕਹੀ ਜਾਂਦੀ ਹੈ, ਕਿਉਂਕਿ ਪਾਪ ਕਰਨੇ ਤੇ ਕਿਸੇ ਨੂੰ ਦੱਸਣਾ ਹੈ, ਅੰਦਰ ਪਤਾ ਹੋਣਾ ਵੀ ਮੈਂ ਫਲਾਣਾ ਪਾਪ ਕੀਤਾ ਹੈ। ਇਹ ਮਨ ਦੀ ਚੋਰੀ ਕਹੀ ਜਾਂਦੀ ਹੈ। ਦੋ ਪ੍ਰਕਾਰ ਦੀ ਚੋਰੀ ਇੱਥੇ ਲਿਖੀ ਹੈ। ਉਂਝ ਤੇ ਬਚਨ ਦੀ ਜਿਹੜੀ ਹੈ ਉਹ ਵੀ ਚੋਰੀ, ਜਿਹੜਾ ਝੂਠ ਬੋਲਣਾ ਹੈ, ਕਰਨਾ ਕੁਝ ਕਹਿਣਾ ਕੁਝ,
ਉਹ ਬਚਨ ਦੀ ਚੋਰੀ ਹੈ। ਮਨ ਬਾਣੀ ਸਰੀਰ ਕਰਕੇ ਚੋਰੀਆਂ ਹੁੰਦੀਆਂ ਹਨ। ਇਨ ਦੁਐ ਤਜਨ ਤਰਤੀਯ ਯਮ ਜਾਨਹਾ। ਇਹਨਾਂ ਦੋਵਾਂ ਚੋਰੀਆਂ ਨੂੰ, ਮਨ ਦੀ ਚੋਰੀ ਛੱਡ ਕੇ ਸਰੀਰ ਦੀ ਚੋਰੀ ਛੱਡਣੀ, ਇਹ ਤੀਸਰਾ ਜਮ ਜਾਣ ਲੋ। ਭਾਵ ਜਿਹੜਾ ਹਠ ਯੋਗ ਦਾ ਪਹਿਲਾ ਹੈ ਨਾ ਹਿੱਸਾ ਜਮ, ਉਹ ਗੇ 10 ਪ੍ਰਕਾਰ ਦਾ ਹੈ, ਉਹ ਤੀਸਰਾ ਜਮ ਜਾਣ ਲੋ। ਭੁੱਲ ਨਾ ਕਹੋ ਨਿਰਪਤ ਮਨ ਠਾਨਹਾ। ਐ ਰਾਜਾ ਭੁੱਲ ਕੇ ਵੀ ਇਹ ਚੋਰੀ ਨਹੀਂ ਕਰਨੀ, ਮਨ ਵਿੱਚ ਪੱਕੀ ਗੱਲ ਧਾਰ ਲੈ। ਚੌਥੇ ਬ੍ਰਹਮਚਰਜ ਸੁਖ ਸਾਰੂ। ਚੌਥਾ ਜਾਮ ਹੈ ਬ੍ਰਹਮਚਰਜ ਰੱਖਣਾ, ਜੋ ਸ੍ਰੇਸ਼ਟ ਸੁਖ ਦੇਣ ਵਾਲਾ ਹੈ, ਸਾਰੇ ਸੁੱਖਾਂ ਨੂੰ ਬਖਸ਼ਣ ਵਾਲਾ ਹੈ। ਚੀਤਨ ਕਾਮ ਅਸ਼ਟ ਪ੍ਰਕਾਰੂ। ਉਹ ਕੀ ਹੈ ਬ੍ਰਹਮਚਰਜ? ਕਿ ਜਿਹੜਾ 8 ਪ੍ਰਕਾਰ ਦਾ ਕਾਮ ਹੈ, ਉਹਨੂੰ ਜਿੱਤਣਾ, ਉਹਨੂੰ ਕਾਬੂ ਕਰ ਲੈਣਾ। ਭਾਵੇਂ ਅਸੀਂ ਕਾਮ ਰੋਜ਼ ਕਥਾ ਕਰਦੇ ਰਹਿੰਦੇ ਹਾਂ, ਪਰ ਸਾਨੂੰ ਇਹ ਨਹੀਂ ਪਤਾ ਵੀ ਕਾਮ ਕਿੰਨੇ ਪ੍ਰਕਾਰ ਦਾ ਹੈ। 8 ਪ੍ਰਕਾਰ ਦਾ ਕਾਮ ਹੈ। ਕਵੀ ਸਾਹਿਬ ਜੀ ਉਹਦਾ ਇੱਥੇ ਖੁਲਾਸਾ ਕਰ ਰਹੇ ਗੁਰੂ ਸਾਹਿਬ ਜੀ ਰਸਨਾ ਰਾਹੀਂ। ਪ੍ਰਿਥਮਾ ਤ੍ਰਿਯ ਕੀ ਬਾਤਾਂ ਕਰਨੀ। ਉਹ ਪਹਿਲਾ ਕਾਮ ਕੀ ਹੈ? ਕਿ ਜਿਹੜਾ ਇਸਤਰੀ ਦੀਆਂ ਗੱਲਾਂ ਕਰਨੀਆਂ, ਉਹ ਇਵੇਂ ਹੈ, ਉਹ ਤਿਵੇਂ ਹੈ, ਉਹ ਗੱਲਾਂ ਕਰਨ ਵਿੱਚ ਹੀ ਰਸ ਜੇ ਲੈਣੇ। ਦੂਜੇ ਸੁਨ ਮਨ ਮਹਿ ਧਰਨੀ। ਦੂਸਰਾ ਇਹ ਹੈ ਕਿ ਸੁਣ ਕੇ ਮਨ ਵਿੱਚ ਫੋਟੋ ਖਿੱਚ ਕੇ ਰੱਖ ਲੈਣੀ, ਕਿ ਧਾਰ ਹੀ ਲੈਣਾ ਉਸ ਰੂਪ ਜਿਹਾ। ਤੀਜਾ ਤੀਯ ਇਕਾਂਤ ਮਿਲ ਬੈਸਨਾ। ਤੀਸਰਾ ਕਾਮ ਕੀ ਹੈ? ਕਿ ਇਸਤਰੀ ਨਾਲ ਇਕੱਲੇ ਹੋ ਕੇ ਬੈਠਣਾ। ਚੌਥੇ ਹੋਵਤ ਅੰਗ ਸਪਰਸ਼ਨਾ। ਚੌਥਾ ਕਾਮ ਹੈ ਇਹ ਹੈ ਕਿ ਅੰਗਾਂ ਦੇ ਨਾਲ ਛੋਣਾ ਉਹਦੇ। ਪੰਚਮ ਹਿਤ ਕਰ ਦੇਖਾ ਤੀਕੋ। ਪੰਜਵਾਂ ਇਹ ਕਿ ਪ੍ਰੇਮ ਜਾ ਲਾ ਕੇ ਦੇਖੀ ਜਾਣਾ, ਰੀਝ ਲਾ ਕੇ ਦੇਖਣਾ। ਛਠੇ ਅਲਿੰਗਨ ਕਰਾਹੀ ਸੋ। ਛੇਵਾਂ ਇਹ ਵੀ ਹਿਰਦੇ ਨਾਲ ਅਲਿੰਗਨ ਕਰਨਾ, ਸੰਬੰਧ ਕਰਨਾ। ਸਬਤ ਚਿਤਵਨ ਮਨ ਮਹਿ ਨਾਰੀ। ਸਤਵਾਂ ਕਾਮ ਇਹ ਹੈ ਕਿ ਜਿਹੜਾ ਮਨ ਦੇ ਵਿੱਚ ਇਸਤਰੀ ਨੂੰ ਚੇਤੇ ਕਰੀ ਜਾਣਾ, ਯਾਦ ਹੀ ਕਰੀ ਜਾਣਾ। ਅਸ਼ਟਮ ਭੋਗ ਕਰਨ ਬਿਦ ਸਾਰੀ। ਚੌਥੇ ਜਿਹੜਾ ਸਤਵਾਂ ਵੀ ਇਸਤਰੀ ਦਾ ਖਿਆਲ ਹੀ ਕਰੀ ਜਾਣਾ, ਚੇਤੇ ਕਰਨਾ। ਅੱਠਵਾਂ ਇਹ ਕਾਮ ਹੈ ਕਿ ਜਿਹੜਾ ਸਭ ਤਰ੍ਹਾਂ ਨਾਲ ਸੰਬੰਧ ਹੀ ਕਰ ਲੈਣਾ। ਇਹ 8 ਪ੍ਰਕਾਰ ਦਾ ਕਾਮ ਹੈ, ਜਿਨ੍ਹਾਂ ਦਾ ਸਾਨੂੰ ਪਤਾ ਨਹੀਂ ਹੈ। ਅਸੀਂ ਤੇ 1 ਪ੍ਰਕਾਰ ਦਾ ਸਮਝਦੇ ਹਾਂ, ਸੰਬੰਧ ਦੇ ਨਾਲ ਹੀ ਸਿਰਫ, ਪਰ 8 ਪ੍ਰਕਾਰ ਦਾ ਕਾਮ ਹੈ ਜੋ ਆਪ ਜੀ ਨੇ ਸਰਵਣ ਕੀਤਾ ਹੈ। ਜਿਹੜਾ ਬ੍ਰਹਮਚਾਰੀ ਹੈ, ਬ੍ਰਹਮਚਰਜ ਯਮ, ਇਹ 8 ਪ੍ਰਕਾਰ ਦੇ ਕਾਮ ਨੂੰ ਜਿਹੜਾ ਛੱਡਦਾ, ਉਹਨੂੰ ਬ੍ਰਹਮਚਰਜ ਕਿਹਾ ਜਾਂਦਾ ਹੈ। ਸਭ ਹਿਨ ਕੋ ਤਿਆਗੇ ਜੇ। ਜਿਹੜਾ ਇਹਨਾਂ ਸਾਰਿਆਂ ਨੂੰ 8 ਪ੍ਰਕਾਰ ਦੇ ਕਾਮ ਨੂੰ ਤਿਆਗਦਾ, ਛੱਡਦਾ ਹੈ। ਬ੍ਰਹਮਚਰਜ ਧਾਰਤ ਹੈ ਤੇ। ਉਹੀ ਉਹ ਬ੍ਰਹਮਚਰਜ ਨੂੰ ਧਾਰਦਾ, ਉਹੀ ਉਹ ਬ੍ਰਹਮਚਰਜ ਨੂੰ ਰੱਖਦਾ ਹੈ। ਬਾਕੀ ਕੋਈ ਕਹੇ ਕਿ ਮੈਂ ਬ੍ਰਹਮਚਾਰੀ ਹਾਂ, ਉਹ ਬ੍ਰਹਮਚਾਰੀ ਨਹੀਂ ਹੁੰਦਾ। ਪੰਚਮ ਯਮ ਹੈ ਧੀਰਜ ਕਰਨੀ। ਪੰਜਵਾਂ ਜਮ ਦਾ ਹਿੱਸਾ ਹੈ ਜਿਹੜੀ ਧੀਰਜ ਰੱਖਣੀ, ਧੀਰਜ ਕਰਨੀ, ਹੌਸਲਾ ਰੱਖਣਾ ਹੈ। ਦੁੱਖ ਸੁਖ ਸਦਾ ਸਾਹੇ ਸਮ ਧਰਨੀ। ਦੁੱਖ ਹੋਵੇ ਭਾਵੇਂ ਸੁੱਖ ਹੋਵੇ, ਸਦਾ ਇਹ ਧਰਤੀ ਦੇ ਸਮਾਨ ਹੀ ਸਹਾਰਦਾ ਰਹੇ। ਜਿਵੇਂ ਕੋ ਖੋਦੇ, ਜਿਵੇਂ ਧਰਤੀ ਨੂੰ ਕੋਈ ਪੁੱਟਣ ਲੱਗ ਪੈਂਦਾ, ਜਾ ਕੇ ਕਈਆਂ ਮਾਰਦਾ ਹੈ, ਕੋਈ ਇੱਟੇ ਮਾਰਦੇ ਹੈ। ਕੁਝ ਜਾਣੇ ਜਿਹੜੇ ਆ ਧਰਤੀ ਨੂੰ ਪੋਚਾ ਫੇਰਦੇ, ਸਤਿਕਾਰ ਕਰਦੇ ਹੈ। ਕੁਝ ਸਾਡੇ ਵਰਗੇ ਗੰਦ ਪਾਉਂਦੇ ਹੈ, ਪਰ ਧਰਤੀ ਕੁਝ ਨਹੀਂ ਕਹਿੰਦੀ ਹੈ। ਉਹ ਕਿਸੇ ਨੂੰ ਹੱਥ ਕੱਢ ਕੇ ਇਹ ਨਹੀਂ ਕਹਿੰਦੀ ਕਿ ਤੂੰ ਮੇਰੇ 'ਤੇ ਗੰਦ ਪਾ ਦਿੱਤਾ ਹੈ ਅਤੇ ਮੈਂ ਦੁਖੀ ਹਾਂ। ਉਹ ਇਹ ਨਹੀਂ ਕਹਿੰਦੀ ਤੂੰ ਮੈਨੂੰ ਪੋਚਾ ਮਾਰ ਦਿੱਤਾ, ਮੈਂ ਸੁਖੀ ਹਾਂ। ਇਵੇਂ ਧਰਤੀ ਸਮਾਨ ਜੇਰਾ ਰੱਖੇ, ਦੁੱਖ ਸੁੱਖ ਵਿੱਚ ਸਦਾ ਹੀ ਸਹਾਰੇ ਇੱਕ ਸਮਾਨ। ਆਪਦ ਸੰਪਦ ਆਤਪ ਸੀਤਾ। ਜਦੋਂ ਕਦੇ ਦੁੱਖ ਆ ਗਿਆ ਤੇ ਬੰਦਾ ਰੋਂਦਾ ਬੜਾ ਹੈ, ਤੇ ਜਦੋਂ ਸੁੱਖ ਸੰਪਦ ਮਾਇਆ ਆ ਗਈ ਫਿਰ ਫੂਕਾ ਮਾਰਦਾ ਸਭ ਵਾਂਗ। ਜਬ ਕਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਜਦੋਂ ਕੁਛ ਪਾ ਲੈਂਦਾ ਤੇ ਫਿਰ ਹੰਕਾਰ ਕਰੀ ਜਾਂਦਾ, ਮੇਰੇ ਨਾਲ ਦਾ ਬੰਦਾ ਕੋਈ ਨਹੀਂ ਹੈ, ਮੈਂ ਤਾਂ ਲੋਕਾਂ ਨੂੰ ਢਾਹ ਮਾਰੂ, ਮੈਂ ਇੰਨਾ ਪੜ੍ਹਿਆ ਲਿਖਿਆ, ਇੰਨੀ ਜਾਇਦਾਦ ਦਾ ਮਾਲਕ।
ਜਦੋਂ ਚਲਿਆ ਜਾਂਦਾ ਹੈ ਫਿਰ ਰੋਂਦਾ ਧਾਹਾਂ ਮਾਰ ਮਾਰ ਕੇ, ਮੇਰਾ ਤੇ ਪੜ੍ਹਿਆ ਲਿਖਿਆ ਹੀ ਸਭ ਸਤਿਆਨਾਸ਼ ਹੋ ਗਿਆ ਜੀ, ਮੇਰੀ ਤੇ ਕਮਾਈ ਸਾਰੀ ਭੱਠੇ 'ਚ ਪੈ ਗਈ ਜੀ। ਫਿਰ ਉਹ ਦੁਖੀ ਹੁੰਦਾ ਹੈ। ਕਹਿੰਦੇ ਵੀ ਜਿਹੜਾ ਆਬਦ, ਮਹਾਰਾਜ ਕਹਿੰਦੇ ਰਾਜਾ ਜਿਹੜਾ ਆ ਦੁਖੀ ਹੋਣਾ ਹੈ ਕਿਸੇ ਗਮ ਕਰਕੇ, ਫਿਰ ਕੋਈ ਚੀਜ਼ ਆਉਣ ਕਰਕੇ ਸੁਖੀ ਹੋਣਾ ਹੈ, ਤੇ ਆਤਬ ਆ ਧੁੱਪ ਵਿੱਚ ਆਖਣਾ ਗਰਮੀ ਬਹੁਤ ਹੈ, ਠੰਡ ਵਿੱਚ ਆਖਣਾ ਠੰਡ ਬਹੁਤ ਹੈ। ਬਿਕਲ ਨਾ ਹੋਏ ਡੁਲਾਵੇ ਚੀਤਾ, ਆ ਚਿੱਤ ਨੂੰ ਡੁਲਾਵੇ ਨਾ, ਵਿਆਕਲ ਨਾ ਹੋਵੇ, ਠੰਡ ਵਿੱਚ ਰੌਲਾ ਨਾ ਪਾਵੇ ਵੀ ਮੈਨੂੰ ਠੰਡ ਬਹੁਤ ਲੱਗਦੀ ਹੈ, ਗਰਮੀ ਵਿੱਚ ਇਹ ਨਾ ਕਵੇ ਮੈਨੂੰ ਗਰਮੀ ਬਹੁਤ ਹੈ, ਦੁੱਖ ਵਿੱਚ ਵਿਲਕੇ ਨਾ, ਸੁੱਖ ਵਿੱਚ ਨੱਚੇ ਟੱਪੇ ਗਾਵੇ ਨਾ ਬਹੁਤਾ। ਅਸ਼ਟਮ ਯਮ ਹੈ ਖਿਮਾ ਸੁਹਾਈ, ਇਹ ਛੇਵਾਂ ਜਮ ਹੈ ਕਿ ਜਿਹੜੀ ਖਿਮਾ ਸੋਭਣੀ ਕੋ ਸੋਹਣੀ, ਜਿਹੜੀ ਆ ਆਪਣੇ ਤੋਂ ਛੋਟੇ ਦੀ ਵਧੀਕੀ ਸਹਾਰ ਲੈਣੀ, ਖਿਮਾ ਰੱਖਣੀ। ਮਨ ਮਹਿ ਸ਼ੋਭ ਨਾ ਕਬਹੁ ਉਠਾਈ, ਮਨ ਵਿੱਚ ਜਿਹੜਾ ਕੋਈ ਸ਼ੋਭ ਹੀ ਨਾ ਠਾਉਣਾ, ਕੋਈ ਉਛਾਲਾ ਹੀ ਨਾ ਠਾਉਣਾ, ਕੋਈ ਕੁਝ ਵੀ ਕਹੀ ਜਾਵੇ ਉਹਨੂੰ ਜਾਰੀ ਲੈਣਾ। ਭਲਾ ਕੇ ਬੁਰਾ ਬਖਾਨਾ ਕੋਏ, ਵੀ ਕੋਈ ਮੈਨੂੰ ਭਲਾ ਕਹਿ ਰਿਹਾ ਕਿ ਕੋਈ ਮੈਨੂੰ ਬੁਰਾ ਕਹਿ ਰਿਹਾ ਹੈ। ਸਹਨਸ਼ੀਲ ਮਨ ਸਭ ਤੇ ਹੋਏ, ਜਿੱਤੇ ਜਿਹੜਾ ਮਨ ਸਾਰਿਆਂ ਪਾਸਿਆਂ ਤੋਂ ਸਹਿਣਸ਼ੀਲਤਾ ਹੋਵੇ, ਸੁਹਾਰੇ ਦੇ ਸੁਭਾਅ ਵਾਲਾ ਹੋਵੇ, ਜੇ ਆਪ ਤੋਂ ਛੋਟੇ ਨੇ ਕੋਈ ਗੱਲ ਕਰ ਦਿੱਤੀ ਉਹਨੂੰ ਸਹਾਰ ਲੈਣਾ, ਇਹ ਜਮ ਦਾ ਛੇਵਾਂ ਹਿੱਸਾ ਖਿਮਾ ਹੈ। ਸਤਮ ਦੁਖੀ ਨਾ ਦੇਖੇ ਕਾਹੀ, ਸਤਵਾਂ ਕੀ ਹੈ ਕਿ ਜਿਹੜਾ ਕਿਸੇ ਨੂੰ ਦੁਖੀ ਨਾ ਦੇਖਣਾ, ਦੁਖੀ ਦੇਖ ਕੇ ਕਿਸੇ ਨੂੰ ਸਹਾਰੇ ਨਾ ਵੀ, ਅਗਲੇ ਦਾ ਦੁੱਖ ਵੇਖ ਕੇ ਆਪ ਵੀ ਪਿਘਲ ਜਾਣਾ। ਦਇਆ ਕਰੇ ਸਭ ਸੋ ਨਿਰਬਾਹੀ, ਉਹ ਸਤਵਾਂ ਕੀ ਜਾਵੇਂ ਦਇਆ ਕਰਨੀ, ਵੀ ਜਿਹੜਾ ਕਿਸੇ ਦਾ ਦੁੱਖ ਵੇਖ ਕੇ ਤੇ ਆਪਣਾ ਦੁੱਖ ਸਮਝਣਾ ਤੇ ਸਾਰਿਆਂ ਦੇ ਨਾਲ ਦਇਆ ਦਾ ਸਭ ਨਿਭਾਉਣਾ, ਦਇਆ ਕਰਨੀ। ਨਹੀਂ ਤੇ ਕਈਆਂ ਦਾ ਕੀ ਸੁਭਾਅ ਹੈ ਵੀ ਜੇ ਕਿਸੇ ਦੇ ਘਰ ਅੱਗ ਲੱਗ ਗਈ ਫਿਰ ਤੇ ਆਖਣਾ ਵੀ ਠੀਕ ਹੋਇਆ, ਜਾਂ ਦੇਖਣਾ ਚਲੋ ਇਹ ਤੇ ਹੋਣਾ ਹੀ ਸੀ, ਜਦੋਂ ਆਪਣੇ ਹੋ ਗਿਆ ਫਿਰ ਕਹਿਣਾ ਜੀ ਇਹ ਤੇ ਰੱਬ ਨੇ ਮਾੜੀ ਕੀਤੀ ਹੈ। ਭਾਵ ਜੇ ਕਿਸੇ ਘਰ ਦੁੱਖ ਤੇ ਆਪਣੇ ਘਰ ਸਮਝਣਾ ਹੈ, ਉਹਦੇ ਨਾਲ ਮਿਲ ਜੁਲ ਕੇ ਰਹਿਣਾ, ਦਇਆ ਕਰਨੀ ਹੈ। ਤੇ ਜਿਹੋ ਜਿਹਾ ਆਪਣੇ ਘਰ ਦੁੱਖ ਉਹੋ ਜਿਹਾ ਬਗਾਨੇ ਘਰ, ਜਿਹੋ ਜਿਹਾ ਬਗਾਨੇ ਘਰ ਹੋ ਜਿਹਾ ਆਪਣੇ ਘਰ, ਇਹੋ ਜਿਹਾ ਸਮਝਣਾ। ਇਹ ਸਤਵਾਂ ਜਿਹੜਾ ਜਮ ਹੈ ਦਇਆ ਕਰਨੀ। ਅਸ਼ਟਮ ਕੋਮਲ ਹਿਰਦਾ ਰਾਖ, ਅੱਠਵਾਂ ਜਮ ਹੈ ਜਿਹੜਾ ਹਿਰਦੇ ਨੂੰ ਕੋਮਲ ਰੱਖਣਾ, ਕਠੋਰਤਾਈ ਤੋਂ ਪਰੇ ਰਹਿਣਾ। ਸ਼ੁਭ ਉਪਦੇਸ਼ ਸਭਨ ਸੋ ਭਖ, ਸਾਰਿਆਂ ਨੂੰ ਜਿਹੜਾ ਸ਼ੁਭ ਚੰਗਾ ਉਪਦੇਸ਼ ਕਹਿਣਾ, ਇਹ ਨਹੀਂ ਵੀ ਜਿੰਨਾ ਪ੍ਰੇਮ ਹੈ ਉਹਨੂੰ ਪਿਆਰ ਨਾਲ ਸਮਝਾ ਦੇਣਾ, ਜਿੰਨਾ ਪ੍ਰੇਮ ਨਹੀਂ ਉਹਨੂੰ ਕਹਿਣਾ ਪਿੱਛੇ ਹੋ ਜਾ ਬਾਅਦ 'ਚ ਗੱਲ ਕਰਦੇ ਆ। ਇਹ ਸਾਰਿਆਂ ਦੇ ਨਾਲ ਪ੍ਰੇਮ ਹੀ ਰੱਖਣਾ। ਨਹੀਂ ਜਦੋਂ ਕਥਾ ਵੀ ਕਰਨੀ ਹੈ ਜਾਂ ਕੋਈ ਵਿਚਾਰ ਕਰਨੀ ਹੈ ਬੜੇ ਸੁਭਾਅ ਨਾਲ ਕਰਨੀ ਹੈ, ਜਿਹੜੀ ਢੰਗ ਤਰੀਕੇ ਨਾਲ ਬੋਲੀ ਜਾਵੇ। ਇਹ ਨਹੀਂ ਢਾਢਾ ਮਾਰਨਾ, ਉੱਤੋਂ ਦੀ ਹੋ ਪੈਣਾ, ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਗੁਰੂ ਘਰ। ਨਾਮ ਯਾਮਾ ਮਿਰਜਾਦ ਆਹਾਰਾ, ਅੱਠਵਾਂ ਉਹ ਜਾਮ ਹੈ ਵੀ ਕੋਮਲ ਹਿਰਦਾ ਰੱਖਣਾ ਤੇ ਸ਼ੁਭ ਉਦੇਸ਼ ਸਾਰਿਆਂ ਨੂੰ ਕਹਿਣਾ, ਇਹ ਅੱਠਵਾਂ ਜਾਮ ਹੈ। ਨੌਵਾਂ ਜਾਮ ਹੈ ਕਿ ਜਿਹੜਾ ਭੋਜਨ ਹੈ ਮਰਿਆਦਾ ਨਾਲ ਛਕਣਾ ਬਣਿਆ ਹੋਇਆ। ਭਲਾ ਬੁਰਾ ਲਖ ਕਰੈ ਵਿਚਾਰਾ, ਇਹ ਵਿਚਾਰ ਕਰਕੇ ਜਾਣਨਾ ਵੀ ਇਹ ਭੋਜਨ ਜਿਹੜਾ ਤਿਆਰ ਹੋਇਆ ਹੈ ਇਹ ਮੇਰੇ ਖਾਣ ਦੇ ਲਾਇਕ ਚੰਗਾ ਹੈ ਕਿ ਜਾਂ ਬੁਰਾ ਹੈ, ਇਹ ਮੈਂ ਖਾ ਸਕਦਾ ਕਿ ਨਹੀਂ ਖਾ ਸਕਦਾ ਹਾਂ ਇਹ ਮਰਿਆਦਾ ਨਾਲ ਬਣਾਇਆ ਕਿ ਜਾਂ ਝੂਠ ਮੂਠ ਇਕੱਠੀ ਕੀਤੀ ਹੋਈ ਹੈ। ਆਵਨ ਕੋ ਆਹਾਰ ਹੈ ਜੇਤੋ, ਆ ਜਿੰਨਾ ਕੁ ਖਾਣ ਦਾ ਭੋਜਨ ਖਾਣ ਦਾ ਵਿਹਾਰ ਆ ਵੀ ਜਿੰਨਾ ਕੁ ਛਕੀਦਾ ਹੈ ਰੋਜ਼, ਚੌਥੇ ਭਾਗ ਖਾਏ ਕੰਮ ਤੇ ਤੋ, ਉਹ ਤੋਂ ਚੌਥਾ ਭਾਗ ਘੱਟ ਖਾਵੇ। ਭਾਵ ਜੇ 4 ਪ੍ਰਸ਼ਾਦਿਆਂ ਦੀ ਭੁੱਖ ਹੈ ਤਾਂ ਉਹ 3 ਖਾਣੇ ਕਰੇ। ਇਹ ਨਹੀਂ 4 ਦੀ ਭੁੱਖ ਹੈ ਤੇ 5 ਖਾ ਲਏ ਤੇ ਬਾਅਦ ਵਿੱਚ ਉਹ ਔਖਾ ਹੋਵੇ, ਕਵੇ ਸਾਹ ਨਹੀਂ ਨਿਕਲਦਾ ਪਾਣੀ ਲਿਆਓ, ਜਾਂ ਬਾਅਦ ਵਿੱਚ ਹੋਰ ਹੀ ਤਰ੍ਹਾਂ ਕਰੇ। ਇਹ ਗੁਰਮਤਿ ਦੇ ਅਨੁਸਾਰ ਵੀ ਇਹ ਮਰਿਆਦਾ ਹੈ, ਹਠ ਯੋਗ 'ਚ ਵੀ ਦੱਸਿਆ ਗਿਆ ਹੈ ਕਿ ਜਿਹੜਾ ਭੋਜਨ ਖਾਣਾ ਹੈ ਜਿੱਥੇ ਛਿਆਂ ਦੀ ਭੁੱਖ ਹੈ ਤੇ 4.5 ਜਾਂ 5 ਛਕਣੀਆਂ,
ਛਾਂ ਦੀ ਭੁੱਖ ਵਿੱਚ 7 ਨਹੀਂ ਖਾਣੀਆਂ ਹਨ। ਦਸਵਾਂ ਯਾਮਾ ਸੋ ਸੋਚ ਲਖੀਜੈ। 10ਵਾਂ ਯਮ ਇੱਕ ਜਿਹੜੀ ਪਵਿੱਤਰਤਾ ਰੱਖਣੀ ਹੈ, ਮਨ ਬਾਣੀ ਸਰੀਰ ਦੀ ਇਹ ਜਾਣ ਲੈ ਰਾਜਨ। ਜਲ ਮ੍ਰਿਤਕਾ ਇਸ਼ਨਾਨ ਕਰੀਜੈ। ਕਿ ਜਦੋਂ ਲਘੂ ਸ਼ੰਕਾ ਕਰਨੀ ਹੈ ਤਾਂ ਵੀ ਮਿੱਟੀ ਦੇ ਨਾਲ ਹੱਥ ਧੋ ਕੇ ਜਲ ਨਾਲ ਧੋਣੇ ਹੈ। ਜੇ ਜੰਗਲ ਕਿਰਿਆ ਮੈਦਾਨ ਆਦਿਕ ਦੀ ਕਰਨੀ ਹੈ ਤਾਂ ਵੀ ਮਿੱਟੀ ਨਾਲ ਹੱਥ ਧੋ ਕੇ ਤੇ ਜਲ ਨਾਲ ਧੋਣੇ ਹੈ, ਕਿਉਂਕਿ ਸਾਬਣ ਤੇ ਹੋਣੀ ਹੈ। ਪਹਿਲਾਂ ਤੇ ਜਲ ਮਿੱਟੀ ਨਾਲ ਹੀ ਸਭ ਕੁਝ ਹੁੰਦਾ ਸੀ। ਕਈ ਤੇ ਗਾਰਿਆਂ ਨਾਲ ਇਸ਼ਨਾਨ ਕਰਦੇ ਸਨ। ਮਿੱਟੀ ਨਾਲ ਤੇ ਪਵਿੱਤਰ ਮੰਨਿਆ ਹੈ। ਇਹਦੀ ਤੇ ਵੱਖੋ ਵੱਖਰੀ ਮਰਿਆਦਾ ਗ੍ਰੰਥਾਂ ਵਿੱਚ ਲਿਖੀ ਹੋਈ ਹੈ। ਕਈ ਜਿਵੇਂ ਟਕਸਾਲਾਂ ਆਦਿ ਵਿੱਚ ਭਲ ਵਰਤਦੇ ਆ, ਕਿਉਂਕਿ ਦਰਿਆ 'ਚ ਆਉਂਦੀ ਹੈ। ਤੇ ਇਸ਼ਨਾਨ ਜਦੋਂ ਕਰਨਾ ਉਹ ਵੀ ਮਿੱਟੀ ਦੇ ਨਾਲ, ਤੇ ਮਿੱਟੀ ਤੋਂ ਬਾਅਦ ਜਲ ਨਾਲ ਇਸ਼ਨਾਨ ਕਰਨਾ ਹੈ। ਪਹਿਲੀ ਹੱਠ ਯੋਗ ਦੀ ਮਰਿਆਦਾ ਹੈ। ਹੁਣ ਤੇ ਸਾਬਣ ਆ ਗਏ ਹਨ ਤੇ ਨਾ ਕੋਈ ਹੱਠ ਯੋਗ ਹੀ ਕਰਦਾ ਹੈ। ਰਾਗ ਦਵੈਖ ਕੀ ਮਲ ਔਰ ਮਾਹੀ। ਹਿਰਦੇ ਵਿੱਚ ਜਿਹੜੀ ਰਾਗ ਦਵੈਸ਼ ਦੀ ਮਲ ਹੈ, ਸਿੱਧਾ ਜਿਹਾ ਵੀ ਕਹਿ ਸਕੀਦਾ ਰਾਗ ਦਵੇਸ਼, ਪਰ ਸੰਗਤ ਦੇ ਹਿਸਾਬ ਨਾਲ ਥੋੜ੍ਹਾ ਵਿਸਥਾਰ ਕਰ ਲਈਦਾ, ਕਿਉਂਕਿ ਇਹਨਾਂ ਗੱਲਾਂ ਦੀ ਕਈਆਂ ਨੂੰ ਸਮਝ ਨਹੀਂ ਆਉਂਦੀ। ਰਾਗ ਦਾ ਅਰਥ ਜਿਹੜਾ ਪ੍ਰੇਮ ਕਰਨਾ ਆਪਣੇ ਨੂੰ, ਦਵੈਖ ਜਿਹੜਾ ਬਗਾਨੇ ਨੂੰ ਈਰਖਾ ਕਰਨੀ। ਇਹ ਜਿਹੜੀ ਹਿਰਦੇ ਵਿੱਚ ਰਾਗ ਦਵੈਸ਼ ਦੀ ਮੈਲ ਹੈ। ਸਾਜ ਕਰ ਸੋਚ ਕਰਤ ਹੈ ਤਾਹੀ। ਇਹ ਰਾਗ ਦਵੈਸ਼ ਨੂੰ ਛੱਡ ਕਰਕੇ ਤੇ ਪਵਿੱਤਰਤਾ ਕਰਨੀ ਹੈ, ਸਰੀਰ ਦੀ ਵੀ ਤੇ ਮਨ ਦੀ ਵੀ, ਹਿਰਦੇ ਦੀ ਵੀ। ਯਮ ਦਸ ਇਸੀ ਪ੍ਰਕਾਰ ਅਲਾਏ। ਇਸ ਤਰ੍ਹਾਂ ਹੈ ਰਾਜਾ ਸ਼ਿਵ ਨਾਭਾਸਾ ਨੇ ਜਮ 10 ਪ੍ਰਕਾਰ ਦਾ ਕਹਿ ਕੇ ਤੈਨੂੰ ਸੁਣਾਇਆ ਹੈ। 10 ਅਬ ਨੇਮ ਸੁਨ ਮਨ ਲਾਏ। ਹੁਣ ਤੂੰ ਅੱਗੇ ਜਿਹੜਾ ਹੱਠ ਯੋਗ ਦਾ ਦੂਸਰਾ ਭਾਗ ਹਿੱਸਾ ਹੈ ਨੇਮ, ਉਹ 10 ਪ੍ਰਕਾਰ ਦਾ, ਉਹ ਵੀ ਮਨ ਲਾ ਕੇ ਸੁਣ। ਪ੍ਰਥਮੇ ਤਪ ਸੋ 3 ਪ੍ਰਕਾਰ। ਉਹ ਪਹਿਲਾ ਨੇਮ ਦਾ ਜਿਹੜਾ 10 ਪ੍ਰਕਾਰ ਦਾ ਪਹਿਲਾ ਕੀ ਹੈ, ਤਪ ਨੇਮ ਦਾ ਹਿੱਸਾ ਉਹ ਹੈ ਤਪ। ਤਪ ਅੱਗੇ 3 ਪ੍ਰਕਾਰ ਦਾ ਹੈ। ਰਾਜ ਤਮ ਬਹੁਰ ਸ਼ਾਂਤ ਕੀ ਸਾਰਾ। ਪਹਿਲਾ ਤਪ ਹੈ ਰਾਜਸੀ, ਦੂਸਰਾ ਹੈ ਤਾਮਸੀ, ਤੀਸਰਾ ਤਪ ਹੈ ਸ਼ਾਂਤ ਕੀ ਸ੍ਰੇਸ਼ਟ। ਸ਼ੁਦਾ ਅਗਨ ਜਲ ਸੋ ਤਨ ਤਵਾ। ਉਹ ਪਹਿਲਾ ਕੀ ਹੈ ਤਾਮਸੀ ਜਿਹੜਾ ਹੈ ਤਪ, ਉਹ ਕਿਸ ਤਰ੍ਹਾਂ ਦਾ ਹੈ, ਜਿਹੜਾ ਸਰੀਰ ਨੂੰ ਕਸ਼ਟ ਦੇਣਾ, ਇਹ ਤਾਮਸੀ ਹੈ। ਸ਼ੁਦਾ ਕਈ ਦਾ ਭੁੱਖ ਨੂੰ, ਵੀ ਸਰੀਰ ਨੂੰ ਭੁੱਖਿਆਂ ਪਿਆਸੇ ਰੱਖਣਾ, ਭੁੱਖ ਨਾਲ ਧਾਉਣਾ, ਦੁਖੀ ਕਰਨਾ ਭੁੱਖ ਤੋਂ, ਛਕਣਾ ਛਕਾਉਣਾ ਨਾ ਕੁਝ, ਇਹ ਵੀ ਤਪ ਹੈ। ਫਿਰ ਅਗਨ, ਅੱਗ ਦਾ ਸੇਕ ਦਿਵਾਉਣਾ ਸਰੀਰ ਨੂੰ। 4 ਜੇਠ ਹਾੜ ਦੇ ਮਹੀਨਾ ਅੱਤ ਦੀ ਗਰਮੀ ਵਿੱਚ 4 ਜਿਹੜੀਆਂ ਧੂਣੀਆਂ ਦਿਖਾਉਣੀਆਂ, ਉਤੋਂ 5ਵੀਂ ਜਿਹੜੀ ਜੇਠ ਹਾੜ ਦੀ ਧੁੱਪ ਪੈਣੀ ਸਰੀਰ ਦੇ ਉੱਪਰ, ਇਹ ਸਰੀਰ ਨੂੰ ਧਾਉਣਾ ਅਗਨੀ ਦੇ ਨਾਲ। ਤੀਸਰਾ ਹੈ ਠੰਡ, ਪੋਹ ਮਾਘ ਦੇ ਦਿਨਾਂ ਵਿੱਚ ਜਦੋਂ ਕੋਰਾ ਵਰਦਾ ਤੇ ਜਲ ਵਿੱਚ ਖੜਿਆਂ ਹੋ ਕੇ ਜਲ ਧਾਰਾ ਕਰਨੀ, ਜਲ ਵਿੱਚ ਬੈਠ ਕੇ ਤੇ ਸਿਰ 'ਚ ਠੰਡਾ ਪਾਣੀ ਪਾਉਣਾ। ਇਹ 3 ਪ੍ਰਕਾਰ ਦਾ, ਇਹ ਜਿਹੜਾ ਰਾਜਸੀ ਜਿਹੜਾ ਤਾਮਸੀ ਤਪ ਹੈ, ਇਹ ਸਰੀਰ ਨੂੰ 3 ਤਰ੍ਹਾਂ ਨਾਲ ਤਾਇਆ ਜਾਂਦਾ ਹੈ। ਭੁੱਖ ਨਾਲ, ਅੱਗ ਨਾਲ ਧਾਉਣਾ, ਅਗਨੀ ਦਾ ਸੇਕ ਦਿਵਾਉਣਾ, ਤੇ ਠੰਡ ਦੇ ਦਿਨਾਂ ਵਿੱਚ ਠੰਡ ਨਾਲ ਸਰੀਰ ਨੂੰ ਤਪਾਉਣਾ। ਇਹ ਤਾਮਸੀ ਫਲ ਦਾ ਗਾਵਾ। ਇਹ ਤਾਮਸੀ ਤਪ ਹੈ, ਇਹਦਾ ਇਹ ਫਲ ਗਾਇਆ ਹੈ ਰਾਜਨ, ਵੀ ਇਹ ਜਿਹੜਾ 3 ਤਾਰਾਂ ਨਾਲ ਜਿਹੜਾ ਤਪ ਕਰਨਾ ਹੈ, ਇਹਦੇ ਨਾਲ ਫਲ ਕੀ ਹੈ, ਵਾਕ ਸਿੱਧੀ ਹੋ ਜਾਂਦੀ ਹੈ। ਜੋ ਮੁਖੋਂ ਬਚਨ ਕਹਿ ਦਿੱਤਾ, ਜਦੋਂ ਜਿਹੜੇ ਕੋਈ ਭੁੱਖੇ ਪਿਆਸੇ ਮਰਦੇ ਤਪ ਕਰਦੇ ਹੋ ਜਾ, ਤੇ ਅਗਨੀ ਨਾਲ ਸਰੀਰ ਨੂੰ ਸੇਕ ਦਿੰਦੇ ਆ, ਫਿਰ ਠੰਡ ਦੇ ਦਿਨਾਂ ਵਿੱਚ ਤਪ ਕਰਦੇ, ਜਲ ਧਾਰਾਂ ਆਦਿਕ ਸਿਰ 'ਚ ਪਾਣੀ ਪਾਉਂਦੇ ਆ, ਸਗੋਂ ਠੰਡ ਲੱਗਦੀ ਹੈ। ਜਿਹੜਾ ਇਹੋ ਜਿਹਾ ਤਪ ਕਰ ਲੈਂਦਾ ਉਹਨੂੰ ਇਹ ਸਿੱਧੀ ਮਿਲ ਜਾਂਦੀ ਹੈ। ਇਹਦਾ ਫਲ ਇਹ ਹੈ ਕਿ ਵਾਕ ਸਿੱਧੀ ਹੋ ਜਾਂਦੀ ਹੈ। ਜੋ ਮੂੰਹੋਂ ਗੱਲ ਕਹਿ ਦਿੱਤੀ ਉਹ ਉਹਨਾਂ ਦੀ ਫੁਰਨ ਲੱਗ ਪੈਂਦੀ, ਪੂਰੀ ਹੋਣ ਲੱਗ ਪੈਂਦੀ। ਪਰ ਇਹਦੇ ਨਾਲ ਇਹ ਨਹੀਂ ਹੈ ਵੀ ਹਿਰਦਾ ਨਿਰਮਲ ਹੋ ਜੇ, ਮਨ ਟਿਕ ਜਾਏ ਤੇ ਪਰਮੇਸ਼ਰ ਦੇ ਦਰਸ਼ਨ ਹੋ ਜਾਣ, ਬ੍ਰਹਮ ਗਿਆਨ ਮਿਲ ਜਾਵੇ, ਇਹ ਨਹੀਂ ਕੁਝ ਪ੍ਰਾਪਤ ਹੁੰਦਾ। ਬਸ ਵਾਕ ਸਿੱਧੀ ਹੋ ਜਾਂਦੀ, ਬਚਨ ਪੂਰਾ ਹੋਣ ਲੱਗ ਪੈਂਦਾ ਹੈ। ਜਿਵੇਂ ਘੋਰ ਮੰਤਰ ਹੈ, ਉਹ ਜੇ ਸਿੱਧੀ ਕਰ ਲਈਏ ਉਹਦੀ,
ਘੋਰ ਮੰਤਰ ਦੀ, ਤੇ ਉਹ 100 ਕਰਮ ਤੱਕ ਕੰਮ ਕਰਦਾ ਵੀ 100 ਕਰਮ ਵਿੱਚ ਜੇ ਖੜਾ ਖੜਾ ਕਿਸੇ ਨੂੰ ਹੀ ਕਹਿਤਾ ਤੂੰ ਮਰ ਜਾ ਤੇ ਉਹ ਮਰ ਜਾਂਦਾ ਹੈ। 100 ਕਰਮ ਦੇ ਵਿੱਚ ਉਹ ਬਚਨ ਕੰਮ ਕਰਦਾ ਘੋਰ ਮੰਤਰ ਵਾਲੇ ਦਾ, ਪਰ ਉਹਨੂੰ ਕਰਨਾ ਬੜਾ ਔਖਾ ਹੈ। ਉਹਦਾ ਵਿਧੀ ਵਿਧਾਨ ਇਹ ਹੈ ਕਿ 40 ਦਿਨ ਕਰਨਾ ਹੁੰਦਾ ਹੈ, ਤੇ ਫੱਟੇ ਦੇ ਲੰਮੇ ਪੈ ਕੇ ਤੇ ਸੂਰਜ ਵਾਲੀ ਵੇਖੀ ਜਾਣਾ, ਝਾਕੀ ਜਾਣਾ ਹੈ 40 ਦਿਨ। ਤੇ ਜਦੋਂ ਕੋਈ ਵਿਸ਼ਟਾ ਕਰਨੀ, ਆਪਣੀ ਗੰਦਗੀ ਆਪ ਹੀ ਖਾਣੀ ਹੈ। ਜੋ ਗੰਦਮੰਦ ਕਰਨਾ ਨਾ ਆਪਣਾ, ਉਹ ਆਪ ਹੀ ਖਾਣਾ ਹੈ, ਸੂਰਜ ਵੱਲ ਤੱਕੀ ਜਾਣਾ ਹੈ, ਤੇ ਫੱਟੇ ਦੇ ਲੰਮੇ ਪਏ ਰਹਿਣਾ 40 ਦਿਨ। ਉਹ ਜੇ ਤਪ ਸਿੱਧੀ ਹੋ ਜਾਏ ਘੋਰ ਮੰਤਰ ਦੀ, ਫਿਰ ਉਹਦਾ ਇਹ ਫਲ ਹੈ ਕਿ 100 ਕਰਮ ਦੇ ਵਿੱਚ ਜੇ ਕਿਸੇ ਨੂੰ ਕਹਿਤਾ ਵੀ ਤੂੰ ਮਰ ਜਾ ਤੇ ਉਹ ਮਰ ਜੂਗਾ, ਜੇ ਕਹਿਤਾ ਉੱਠ ਪਾ ਤੇ ਉੱਠ ਪਊਗਾ। ਇਹ ਕਈਆਂ ਨੇ ਮੰਤਰ ਸਿੱਧੀ ਕੀਤੇ ਹੁੰਦੇ ਆ। ਇਹ ਅਗਲੇ ਪਾਸੇ ਕਥਾ ਵੀ ਆ ਜਾਵੇਗੀ, ਉਹ ਮਹਾਂਪੁਰਸ਼ਾਂ ਦੀ ਅੱਗੇ ਆਉਣੀ ਮਹਾਰਾਜ ਇਤਿਹਾਸ ਵਿੱਚ, ਜੇ ਆਪਾਂ ਮਾਰਨ ਕਰਵਾਇਆ। ਤੇ ਇਸ ਤਰ੍ਹਾਂ ਕਹਿ ਰਹੇ ਵੀ ਇਹ ਜਿਹੜਾ ਨੇਮ ਦਾ ਪਹਿਲਾ ਹਿੱਸਾ ਤਪ ਹੈ, ਇਹ 3 ਪ੍ਰਕਾਰ ਦਾ ਹੈ। ਇਹਦਾ ਫਲ ਇਹ ਹੈ ਰਾਜ ਜਿਹੜਾ ਤਾਮਸੀ ਦਾ, ਜਿੰਨਾ ਤਾਮਸੀ ਤਪ ਕਰੂਗਾ ਉਹਦੀ ਵਾਕ ਸਿੱਧੀ ਹੋ ਜਾਂਦੀ ਹੈ, ਗੱਲਾਂ ਉਹਦੀਆਂ ਫੁਰਨ ਲੱਗ ਪੈਂਦੀਆਂ, ਜੋ ਕਹਿੰਦਾ ਉਹ ਪੂਰੀ ਹੋ ਜਾਂਦੀ ਹੈ। ਹਿਰਦੇ ਗਿਆਨ ਇਸਤੇ ਨਹਿ ਹੋਏ, ਪਰ ਇਸ ਤਪ ਤਾਮਸੀ ਤਪ ਨਾਲ ਹਿਰਦੇ ਵਿੱਚ ਬ੍ਰਹਮ ਗਿਆਨ ਨਹੀਂ ਹੁੰਦਾ, ਨਾ ਮਨ ਹੀ ਟਿਕਦਾ ਹੈ। ਦੇਤ ਫਲਨ ਜੇ ਕਰ ਹੈ ਕੋਏ, ਜੇ ਕੋਈ ਨੂੰ ਕਰਦਾ ਹੈ ਤੇ ਇਹਦਾ ਫਲ ਇਹ ਜ਼ਰੂਰ ਦਿੰਦਾ ਵੀ ਵਾਕ ਸਿੱਧੀ ਹੋ ਜਾਂਦੀ ਹੈ, ਬਚਨ ਪੂਰਾ ਹੋਣ ਲੱਗ ਪੈਂਦਾ ਹੈ। ਰੋਗ ਕੋ ਕਰਮ ਰਖੀਕ ਜੋ ਕਰਨੀ, ਦੂਸਰਾ ਹੈ ਰਾਜਸੀ ਤਪ, ਵੀ ਖੋਟੇ ਕਰਮਾਂ ਤੋਂ ਇੰਦਰੀਆਂ ਨੂੰ ਰੋਕ ਕੇ ਜਿਹੜੀ ਗੁਰੂ ਪਰਮੇਸ਼ਰ ਦੀ ਰਾਜਸੀ ਸੁਭਾਵ, ਕਿਰਿਆ ਵਾਲਾ ਸੁਭਾਅ ਕਰਕੇ ਸੇਵਾ ਭਗਤੀ ਕਰਨੀ ਹੈ। ਰਾਜਸ ਇਹ ਸੁਕਰਮਨ ਧਰਨੀ, ਇਹ ਰਾਜਸੀ ਤਪ ਹੈ ਜਿਹੜਾ ਵੀ ਸ੍ਰੇਸ਼ਟ ਕਰਮਾਂ ਨੂੰ ਜਿਹੜਾ ਧਾਰਨਾ, ਸ੍ਰੇਸ਼ਟ ਜਿਹੜੇ ਕਰਮ ਹੈ, ਚੰਗੇ ਕੰਮ ਜਿਹੜੇ ਹੈ ਉਹਨਾਂ ਨੂੰ ਧਾਰਨਾ, ਉਹਨਾਂ ਵਾਲੀ ਬਿਰਤੀ ਰੱਖਣੀ, ਇਹ ਰਾਜਸੀ ਤਪ ਹੈ। ਦੋਹਰਾ ਬਹਰ ਸਾਥ ਕੀ ਤਪ ਇਹ, ਜਿੱਥੇ ਤਾਮਸੀ ਸੁਭਾਅ ਹੋਵੇ ਉੱਥੇ ਤੇ ਲੜਾਈ ਝਗੜਾ ਰੌਲਾ ਰਪਾਈ ਹੈ, ਕ੍ਰੋਧ ਆਦਿਕ। ਜਿੱਥੇ ਰਜੋਗੁਣੀ ਸੁਭਾਅ ਹੋ ਕੇ ਸੇਵਾ ਕਰੇ ਕੋਈ, ਉੱਥੇ ਵਡਿਆਈ ਦੀ ਭੁੱਖ ਹੁੰਦੀ ਹੈ ਵੀ ਮੈਨੂੰ ਕੋਈ ਕਵੇ ਵੀ ਬਹੁਤ ਸੇਵਾ ਕਰਦਾ। ਜਿੱਥੇ ਸਤੋਗੁਣੀ ਹੈ ਸੇਵਾ, ਉੱਥੇ ਭੁੱਖ ਨਹੀਂ ਹੁੰਦੀ ਵੀ ਮੈਨੂੰ ਕਵੇ ਬੜਾ ਪਾਠ ਕਰਦਾ, ਬੜੀ ਸੇਵਾ ਕਰਦਾ। ਉਹ ਤੇ ਸ਼ਾਂਤ ਚਿੱਤ ਆਪਣੀ ਸੇਵਾ ਕਰਦਾ ਹੈ, ਬਸ ਗਿਆਨ ਦੀ ਅਵਸਥਾ ਹੁੰਦੀ ਉੱਥੇ। ਜਿਹੜਾ ਤੀਸਰਾ ਤਪ ਹੈ ਉਹ ਸਾਂਤਕੀ ਹੈ, ਟਿਕਾਵਨ ਕੀਨਾ, ਜਿਹੜੀ ਵੀ ਮਨ ਦੀ ਬਿਰਤੀ ਟਿਕਾ ਕੇ ਰੱਖਣੀ ਹੈ, ਬਿਰਤੀ ਟਿਕਾਉਣੀ ਕੀਤੀ ਹੈ, ਇਹ ਸਾਂਤਕੀ ਸੁਭਾਅ ਹੈ, ਇਹ ਸਾਂਤਕੀ ਤਪ ਹੈ। ਇਹਦੇ ਵਿੱਚ ਸਿਰਫ ਗਿਆਨ ਹੀ ਹੈ, ਕੋਈ ਭੁੱਖ ਨਹੀਂ ਹੈ ਵਡਿਆਈ ਸ਼ੌਹਰਤ ਜਥੇਦਾਰੀ ਦੀ। ਨੇਮ ਸੰਤੋਖ ਦੂਜੋ ਲਖੋ, ਦੂਸਰਾ ਰਾਜਾ ਜਿਹੜਾ ਨੇਮ ਹੈ, ਉਹਦਾ ਹਿੱਸਾ ਜਿਹੜਾ ਦਾ ਭਾਗ ਹੈ, ਦੂਸਰੇ ਪ੍ਰਕਾਰ ਦਾ ਨੇਮ, ਉਹ ਤੂੰ ਜਾਣ ਲੈ ਸੰਤੋਖ, ਸੰਤੋਖੀ ਹੈ। ਜਿਹੜਾ ਸੰਤੋਖ ਰੱਖਣਾ ਹੈ ਤੇ ਉਹ ਹੈ ਨੇਮ ਦੂਸਰਾ। ਇਹ 2 ਪ੍ਰਕਾਰ ਦਾ ਜਾਣ ਲੈ। ਪ੍ਰਕਾਰ ਸੋਚੀ ਨਾ, ਸੰਤੋਖ 2 ਪ੍ਰਕਾਰ ਦਾ, ਉਹ ਵੀ ਸਮਝ ਲੈ, ਸੁਣ ਲੈ। ਚੌਪਈ ਹਾਥ ਪਦਾਰਥ ਆਵਤ ਨਾਹੀ, ਉਹ ਪਹਿਲਾ ਕੀ ਸੰਤੋਖ ਹੈ ਕਿ ਹੱਥ ਵਿੱਚ ਪਦਾਰਥ ਤੇ ਕੋਈ ਆਉਣਾ ਨਾ, ਖਾਣ ਪੀਣ ਨੂੰ ਛਕਣ ਛਕਾਉਣ ਨੂੰ ਤੇ ਮਿਲਣਾ ਕੁਝ ਨਾ, ਪੱਲੇ ਕੁਝ ਨਾ ਹੋਣਾ। ਸੰਤੋਖੀ ਅਸ ਮੁਖ ਪ੍ਰਾਹੀ, ਤੇ ਮੁੱਖੋਂ ਕਹੀ ਜਾਣਾ ਮੈਂ ਤੇ ਬੜਾ ਸੰਤੋਖੀ ਆ ਜੀ, ਮੈਂ ਤੇ ਕੁਝ ਨਹੀਂ ਖਾਂਦਾ। ਅਸੀਂ ਤੇ ਜੀ ਰੋਟੀ ਖਾਈ ਦੀ ਨਹੀਂ ਹੈ, ਆ ਬਸ ਪਾਣੀ ਦੇ ਸਹਾਰੇ ਦਿਨ ਕੱਟੀ ਦੇ ਹੈ। ਇਹ ਜਿਹੜਾ ਮੁੱਖੋਂ ਕਹੀ ਜਾਣਾ ਹੈ ਝੂਠਾ ਹੀ, ਇਹ ਸੰਤੋਖ ਹੈ ਪਹਿਲਾ। ਇਸ ਤਿਸ ਤੇ ਹਿਰਦੈ ਹਰਖ ਨਹਿ ਹੋਏ, ਇਹੋ ਜਿਹਾ ਸੰਤੋਖ ਰੱਖਣ ਨਾਲ ਹਿਰਦੇ 'ਚ ਖੁਸ਼ੀ ਕੋਈ ਨਹੀਂ ਹੁੰਦੀ, ਕਿਉਂਕਿ ਭੁੱਖ ਨਾਲ ਬੰਦਾ ਤੜਫਦਾ ਰਹਿੰਦਾ ਹੈ, ਹੱਥ ਕੁਝ ਆਉਂਦਾ ਨਹੀਂ ਹੈ। ਐਵੇਂ ਝੂਠ ਹੀ ਲੋਕਾਂ ਵਿੱਚ ਬੋਲਣ ਵਾਸਤੇ ਕਹੀ ਜਾਂਦਾ ਹੈ, ਅੰਦਰੋਂ ਪਰੇਸ਼ਾਨ ਹੈ ਵੀ ਕੁਝ ਆ ਕਿਉਂ ਨਹੀਂ ਰਿਹਾ, ਮਿਲ ਕਿਉਂ ਨਹੀਂ ਰਿਹਾ, ਖਾ ਕਿਉਂ ਨਹੀਂ ਰਹੇ, ਪਾ ਕਿਉਂ ਨਹੀਂ ਰਹੇ।
ਇਸ ਸੰਤੋਖ ਦੇ ਨਾਲ ਹਿਰਦੇ ਵਿੱਚ ਖੁਸ਼ੀ ਨਹੀਂ ਹੁੰਦੀ ਕੋਈ। ਨਿਜ ਕੀਰਤ ਕੋ ਚਾਹਤ ਸੋਏ। ਬਸ ਉਹ ਤੇ ਆਪਣੀ ਕੀਰਤੀ ਵਡਿਆਈ ਨੂੰ ਚਾਹੁੰਦਾ ਹੈ ਵੀ ਮੈਂ ਨਹੀਂ ਕੁਝ ਖਾਂਦਾ, ਭੁੱਖੇ ਰਹੀਦਾ ਜੀ ਅਸੀਂ, ਬੜੇ ਬੜੇ ਦਿਨ ਨੇੜੇ ਨਹੀਂ ਜਾਈਦਾ ਪ੍ਰਸ਼ਾਦੇ ਦੇ, ਤੇ ਵੀ ਲੋਕ ਉਹਨੂੰ ਫਿਰ ਕਹਿੰਦੇ ਵੀ ਬੜਾ ਸੰਤੋਖੀ ਇਹ ਤੇ ਖਾਂਦਾ ਹੀ ਕੁਝ ਨਹੀਂ ਹੈ। ਅੱਜ ਜਿਵੇਂ ਭਗਤ ਮਹਾਰਾਜ ਨੇ ਕਿਹਾ ਵੀ ਉਹ ਕਹਿੰਦੇ ਅਸੀਂ ਖਾਂਦੇ ਕੁਝ ਨਹੀਂ ਹੈ, ਅੰਦਰ ਵੜ ਕੇ ਤੇ ਵਟਕਾ ਸਾਰੀ ਪੰਜੀਰੀ ਖਾ ਜਾਂਦੇ 5-5 ਸੇਰ ਦੀ। ਇਵੇਂ ਉਹ ਆਪਣੀ ਵਡਿਆਈ ਚਾਹੁੰਦੇ ਆ, ਝੂਠੇ ਸੰਤੋਖ ਵਾਲੇ ਹੈ, ਜੇ ਸੰਤੋਖ ਦਾ ਕੋਈ ਫਾਇਦਾ ਨਹੀਂ ਹੈ। ਪਹਿਲਾ ਸੰਤੋਖ ਹੈ ਨੇਮ ਦਾ, ਦੂਜੇ ਯਥਾ ਲਾਭ ਸੰਤੋਖ। ਦੂਸਰਾ ਸੰਤੋਖ ਕੀ ਹੈ ਵੀ ਜੈਸਾ ਲਾਭ, ਜਥਾ ਲਾਭ ਤਥਾ ਸੰਤੁਸ਼ਟ, ਜਿਹੋ ਜਿਹਾ ਮਿਲ ਗਿਆ ਉਹਦੇ ਵਿੱਚ ਸੰਤੁਸ਼ਟ ਖੁਸ਼ ਰਹਿਣਾ। ਧਾਰਤ ਹੈ ਜੋਗੀ ਬਿਨ ਦੁਖ। ਜੋ ਜੋਗੀ ਯੋਗ ਅਭਿਆਸ ਕਰਨ ਵਾਲੇ ਪਰਮੇਸ਼ਰ ਵਿੱਚ ਜੁੜੇ ਹੋਏ ਉਹ ਇਹਨੂੰ ਧਾਰਨ ਕਰਦੇ ਆ। ਜੋ ਸੰਤੋਖ ਬਿਨਾ ਦੋਸ਼ ਤੋਂ ਹੈ, ਜਿਹਦੇ ਵਿੱਚ ਕੋਈ ਔਗਣ ਨਹੀਂ ਹੈ, ਕੋਈ ਗੁਨਾਹ ਨਹੀਂ ਹੈ, ਉਹ ਜੋਗੀ ਲੋਕ ਧਾਰਨ ਕਰਦੇ ਆ ਵੀ ਜੋ ਮਿਲ ਗਿਆ ਪਰਮੇਸ਼ਰ ਵੱਲੋਂ ਉਹ ਛਕ ਛਕਾ ਲੈਣਾ, ਕੋਈ ਗਿਲਾ ਸ਼ਿਕਵਾ ਨਾ ਕਰਨਾ। ਵਸਤ ਨਾ ਪ੍ਰਾਪਤ ਤੋ ਹਰ ਖਾਈ। ਵੀ ਜੇ ਕੁਝ ਨਹੀਂ ਪ੍ਰਾਪਤ ਹੋਇਆ ਤਾਂ ਵੀ ਖੁਸ਼ ਹੈ। ਕਹਿੰਦੇ ਮਹਾਰਾਜ ਇਹ ਮੇਰੇ ਭਾਗਾਂ 'ਚ ਹੀ ਨਹੀਂ ਸੀ, ਇਹਦੇ ਵਿੱਚ ਤੁਹਾਡਾ ਕੀ ਦੋਸ਼ ਹੈ। ਮੁਝ ਅਵਗਣ ਸਹਿ ਨਾਹੀ ਦੋਸ਼, ਮਹਾਰਾਜ ਮੇਰੇ 'ਚ ਹੀ ਔਗਣ ਹੈ ਤਾਂ ਹੀ ਨਹੀਂ ਮਿਲਿਆ ਹੋਊਗਾ। ਜੇ ਨਹੀਂ ਮਿਲੇ ਤਾਂ ਵੀ ਖੁਸ਼ ਰਹਿੰਦੇ ਹਨ। ਜੇ ਪ੍ਰਾਪਤ ਹੈ ਤਾਂ ਸੁਖ ਪਾਈ। ਜੇ ਪ੍ਰਾਪਤ ਹੋ ਜਾਵੇ ਤੇ ਫਿਰ ਉਹ ਕੱਛਾ ਨਹੀਂ ਮਾਰਦੇ, ਪ੍ਰਾਪਤ ਹੋਣ ਤੇ ਸੁਖ ਪਾਉਂਦੇ ਆ। ਭਾਵ ਜਿਹੋ ਜਿਹਾ ਮਿਲ ਗਿਆ ਉਹਨੂੰ ਛਕ ਛਕਾ ਲੈਂਦੇ ਆ, ਜੇ ਨਾ ਮਿਲੇ ਤੇ ਭੁੱਖੇ ਵੀ ਰਹਿ ਲੈਂਦੇ ਆ, ਤਾਂ ਵੀ ਉਹ ਸੰਤੋਖੀ ਰਹਿੰਦੇ ਆ। ਜਿਵੇਂ ਸਤਿਗੁਰੂ ਨਾਨਕ ਸਾਹਿਬ ਜੀ ਨੇ ਉਹ ਸੰਤ ਰੇਣ ਜਿਹੜੇ ਮਹਾਂਪੁਰਸ਼ ਬੈਠੇ ਹੋਏ ਸੀ 7 ਦਿਨਾਂ ਦੇ ਭੁੱਖੇ, ਤੇ ਉਹ ਮੌਜ ਨਾਲ ਬੈਠੇ ਸੀ, ਤਪ ਸਾਧ ਰਹੇ। ਉਹਨਾਂ ਨੇ ਕਿਸੇ ਅੱਗੇ ਹੱਥ ਟੱਡਿਆ ਵੀ ਅਸੀਂ ਭੁੱਖੇ ਹਾਂ, 7 ਦਿਨਾਂ ਦੇ ਸਾਨੂੰ ਕੋਈ ਦੇਵੇ। ਗੁਰੂ ਨਾਨਕ ਸਾਹਿਬ ਮਹਾਰਾਜ ਗਏ ਹੈ ਤੇ ਉਹ ਲੈ ਕੇ ਰਸਤਾਂ ਬਸਤਾਂ ਦਿੱਤੀਆਂ ਤੇ ਉਹ ਸੰਤਾਂ ਨੇ ਛਕ ਲਈਆਂ। ਸੰਤ ਰੇਣ ਹੋਣਾ ਨੇ ਨਾ ਪਹਿਲਾਂ ਹੀ ਮੰਗਿਆ ਹੈ, ਜੇ ਮਿਲ ਗਿਆ ਤੇ ਉਹਦੀ ਖੁਸ਼ੀ ਨਹੀਂ ਬਣਾਈ ਹੈ, ਚੁੱਪ ਕਰਕੇ ਛਕ ਛਕਾ ਲਿਆ, ਪਰਮੇਸ਼ਰ ਦਾ ਸ਼ੁਕਰਾਨਾ ਕੀਤਾ। ਉਹ ਅਸਲ ਸੰਤੋਖੀ ਹੈ। ਹਰ ਕੇ ਜਿਹੜੇ ਪਰਮੇਸ਼ਰ ਦੇ ਨਾਮ ਜਪਦੇ ਆ, ਬਿਨਾਂ ਸੰਤੋਖ ਨਹੀਂ ਕੋ ਰੱਜੈ। ਸੰਤੋਖ ਤੋਂ ਬਿਨਾਂ ਕੋਈ ਰੱਜਦਾ ਨਹੀਂ ਹੈ, ਭਾਵੇਂ ਕਿੰਨਾ ਕੁਝ ਹੋਵੇ। ਜਿਹੜੇ ਸੰਤ ਹੈ ਪੂਰਨ ਕਮਾਈ ਵਾਲੇ ਸੰਤ ਰੇਣ ਵਰਗੇ ਮਹਾਂਪੁਰਸ਼, ਜੇ ਪ੍ਰਾਪਤ ਹੋ ਗਿਆ ਭੁੱਖੇ ਹੈ, ਕੋਈ ਲੜਾਈ ਝਗੜਾ ਨਹੀਂ ਕਰਦੇ, ਰੌਲਾ ਨਹੀਂ ਪਾਉਂਦੇ ਰੱਬ ਦੇ ਨਾਂ ਦੇ, ਅਸੀਂ ਮਰ ਗਏ ਭੁੱਖੇ ਭਗਤੀ ਕਰਦੇ ਸੀ। ਤੇ ਜਿਹੜੇ ਜੇ ਸੰਤਾਂ ਨੂੰ ਮਿਲ ਜਾਵੇ ਤੇ ਰੌਲਾ ਨਹੀਂ ਪਾਉਂਦੇ। ਤੇ ਸਾਡੇ ਵਿਦਵਾਨਾਂ ਨੇ ਅਰਥ ਹੁਣ ਨਵੇਂ ਕੱਢ ਲਿਆ ਵੀ, ਕਿਉਂਕਿ ਅਰਥ ਤੇ ਗੁਰਬਾਣੀ ਦੇ ਕਈ ਹੈ। ਉਹ ਕਹਿੰਦੇ ਵੇਖੋ ਜੀ, ਭਗਤ ਜੀ ਨੇ ਲਿਖਿਆ ਭੁੱਖੇ ਭਗਤ ਨਾ ਕੀਜੈ, ਯਹ ਮਾਲਾ ਆਪਣੀ ਲੀਜੈ। ਅਸੀਂ ਭੁੱਖੇ ਪੇਟ ਭਗਤੀ ਕਰਨੀ, ਮਾਲਾ ਮੂਲਾ ਆਪਣੀ ਲੈ ਲਾ ਤੂੰ ਸਾਡੇ ਕੋਲ। ਵੀ ਉਹਦਾ ਅਰਥ ਤੇ ਫਿਰ ਇਹ ਵੀ ਤੇ ਹੋ ਹੀ ਸਕਦਾ, ਜੇ ਤੁਹਾਡਾ ਅਰਥ ਬਣ ਗਿਆ ਤੇ ਅਰਥ ਤੇ ਫਿਰ ਇਹ ਵੀ ਹੈ ਕਿ ਜਿਹੜੇ ਮਹਾਰਾਜ ਤੇਰੇ ਤੇ ਭਰੋਸਾ ਨਹੀਂ ਨਾ ਰੱਖਦੇ, ਉਹੀ ਕਹਿੰਦੇ ਆ ਕਿ ਭੁੱਖੇ ਭਗਤ ਨਾ ਕੀਜੇ। ਮਹਾਰਾਜ ਭੁੱਖੇ ਪੇਟ ਅਸੀਂ ਨਹੀਂ ਭਗਤੀ ਕਰ ਸਕਦੇ, ਆ ਚੁੱਕ ਲਾ ਆਪਣੀ ਮਾਲਾ, ਅਸੀਂ ਨਹੀਂ ਕੋਈ ਵੀ ਪਾਠ ਕਰਨਾ, ਅਸੀਂ ਨਹੀਂ ਕੋਈ ਸੇਵਾ ਕਰਨੀ, ਭੁੱਖੇ ਪੇਟ ਕਿਹੜਾ ਕਰੇ। ਉਹ ਤੇ ਸਾਡੇ ਵਰਗੇ ਕਹਿ ਸਕਦੇ ਆ, ਜਿਹੜੇ ਕਮਾਈ ਵਾਲੇ ਉਹ ਨਹੀਂ ਐਵੇਂ ਕਹਿ ਸਕਦੇ। ਉਧਰ ਕਈ ਦਿਨ ਲੰਘ ਜਾਂਦੇ ਭੁੱਖੇ ਪਿਆਸਿਆਂ ਦੇ, ਬਿਨਾਂ ਸੁੱਤਿਆਂ ਤੋਂ, ਤਾਂ ਵੀ ਸਮਾਂ ਕੱਢ ਲੈਂਦੇ ਆ। ਉਹ ਮਹਾਨ ਕਮਾਈ ਵਾਲੇ ਰੂਹਾਂ ਹਨ। ਇਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਯੋਗ ਹੱਠ ਕਸ਼ਟ ਯੋਗ ਤੇ ਭਗਤੀ ਯੋਗ ਦੇ ਰਾਹੀਂ ਜਿਵੇਂ ਸ਼ਿਵ ਨਾਮ ਰਾਜ ਨੂੰ ਉਪਦੇਸ਼ ਦੇ ਰਹੇ ਹੈ, ਨਾਲ ਦੀ ਨਾਲ ਸਾਨੂੰ ਵੀ ਉਪਦੇਸ਼ ਆ ਰਿਹਾ, ਆਪਾਂ ਸਰਵਣ ਕਰ ਰਹੇ ਹਾਂ। ਅੱਗੇ ਜੋ ਰਹਿੰਦਾ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰਾਂਗੇ। ਹੁਣ ਇੱਥੇ ਆਪਾਂ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣ ਔਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ ਹੈ ਜੀ। ਦੂਜੇ ਯਥਾ ਲਾਭ ਸੰਤੋਖੋ, ਧਾਰਤ ਹੈ ਜੋਗੀ ਬਿਨ ਦੁਖੋ। ਬਸਤ ਨਾ ਪ੍ਰਾਪਤ ਤੋ ਹਰ ਖਾਈ, ਜੇ ਪ੍ਰਾਪਤ ਹੈ ਤੋ ਸੁਖ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।